ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸ਼ਸ਼ੋਭਤ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਕਥਾ ਆਪਾਂ ਲੜੀਵਾਰ ਲਗਾਤਾਰ ਸਰਵਣ ਕਰਦੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ, ਸਤਿਗੁਰੂ ਜੀ ਆਪਣੇ ਘਰ ਤੋਂ ਚੱਲੇ ਨੇ। ਗੁਰੂ ਕਾ ਮਹਿਲ ਜੋ ਸਥਾਨ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ, ਇੱਥੋਂ ਚੱਲ ਕੇ ਮਹਾਰਾਜ ਜਿਹੜਾ ਉਸ ਵੇਲੇ ਉੱਚਾ ਟਿੱਬਾ ਸੀ ਜਿਸ ਨੂੰ ਦਮਦਮਾ ਸਾਹਿਬ ਆਖਿਆ ਜਾਂਦਾ, ਉਸ ਥੜੇ 'ਤੇ ਆ ਕੇ ਬਿਰਾਜੇ। ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਗੁਰਤਾ ਗੱਦੀ ਦੀ ਜੋ ਰਸਮ ਹੈ, ਮਰਿਆਦਾ ਹੈ, ਉਹ ਪੂਰੀ ਹੋਈ ਹੈ। ਸੰਗਤਾਂ ਜੈ ਜੈਕਾਰ ਕਰਦੀਆਂ ਪਈਆਂ। ਇਹ ਪ੍ਰਸੰਗ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਅੱਗੇ ਮਹਾਰਾਜ ਕੀ ਕਿਰਪਾ ਕਰ ਰਹੇ ਨੇ ਉਹ ਆਪਾਂ ਅੱਜ ਬਚਨ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬ੍ਰਿੰਦ ਮਸੰਦ ਆਨੰਦ ਔਰ ਲਿਆਏ ਬਿਲੰਦ ਅਕੋਰ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ 'ਤੇ ਬੈਠ ਗਏ, ਜਿਹੜੇ ਗੁਰੂ ਘਰ ਦੇ ਮਸੰਦ ਸਨ, ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸੰਗਤ ਲੈ ਕੇ, ਭੇਟਾ ਲੈ ਕੇ, ਮਾਇਆ ਲੈ ਕੇ ਆਏ। ਉਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਨਾਮ ਦਰਜ ਕਰਵਾਏ। ਜੋ ਗੁਰੂ ਘਰ ਦਾ ਖਜ਼ਾਨਚੀ ਹੈ ਉਹਦੇ ਕੋਲ ਲਿਆ ਕੇ ਕਿ ਮੈਂ ਇੰਨੀ ਮਾਇਆ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਰਿਹਾ ਹਾਂ, ਮੈਂ ਇੰਨਾ ਅੰਨ ਜਮ੍ਹਾਂ ਕਰਵਾ ਰਿਹਾ ਹਾਂ, ਮੈਂ ਇੰਨੇ ਬਸਤਰ ਜਮ੍ਹਾਂ ਕਰਵਾ ਰਿਹਾ ਹਾਂ। ਜਿਹੜੀਆਂ ਵਸਤੂਆਂ ਇਹਨਾਂ ਮਸੰਦਾਂ ਦੇ ਰਾਹੀਂ ਗੁਰੂ ਘਰ ਵਿੱਚ ਆਈਆਂ, ਉਹ ਸਾਰੀਆਂ ਜਿਹੜੀਆਂ ਨੇ ਖਜ਼ਾਨਚੀ ਦੇ ਕੋਲ ਲੇਖੇ ਜੋਖੇ ਦੇ ਸਮੇਤ ਜਮ੍ਹਾਂ ਹੁੰਦੀਆਂ ਨੇ, ਤਾਂ ਕਿ ਉਹਨਾਂ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਬਣਿਆ ਰਵੇ। ਇਹ ਜਿਹੜੇ ਮਸੰਦ ਨੇ ਆਪੋ ਆਪਣੇ ਇਲਾਕਿਆਂ ਦੀ ਸੰਗਤ ਨੂੰ ਨਾਲ ਲੈ ਕੇ ਜਿਹੜੀਆਂ ਗਰਾਹੀਆਂ ਇਹਨਾਂ ਨੇ ਇਕੱਠੀਆਂ ਕੀਤੀਆਂ, ਉਹ ਭੇਟਾ ਮਹਾਰਾਜ ਦੇ ਅੱਗੇ ਰੱਖੀਆਂ ਹਨ। ਆਨ ਤੇਰੇ ਗੁਰ ਅਗਰ ਸਭ ਬੰਦਤ ਹੈ ਕਰ ਜੋਰ। ਸਤਿਗੁਰੂ ਪਾਤਸ਼ਾਹ ਜਿੱਥੇ ਬੈਠੇ ਹੋਏ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ, ਦਮਦਮਾ ਸਾਹਿਬ ਵਾਲੇ ਸਥਾਨ 'ਤੇ, ਇਹ ਸਾਰੇ ਮਸੰਦ ਉੱਥੇ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਖਲੋਤੇ ਹੋਏ। ਸੋ ਇਹ ਬਚਨ ਯਾਦ ਰੱਖਣ ਵਾਲਾ ਹੈ ਕਿ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਗੱਲ ਨਹੀਂ ਹੋ ਰਹੀ ਹੈ। ਇਹ ਕਿਤੇ ਭੁਲੇਖਾ ਨਾ ਰਹਿ ਜਾਵੇ। ਇਹ ਤਖਤ ਦਮਦਮਾ ਸਾਹਿਬ ਨਹੀਂ, ਇਹ ਗੁਰਦੁਆਰੇ ਸਾਹਿਬ ਦਾ ਨਾਮ ਦਮਦਮਾ ਸਾਹਿਬ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਅੱਜ ਵੀ ਉਹ ਸਥਾਨ ਹੈ, ਉੱਚੀ ਜਗ੍ਹਾ ਦੇ ਉੱਪਰ ਸ਼ੋਭਾ ਪਾਉਂਦਾ ਹੈ। ਇਸ ਗੁਰਦੁਆਰੇ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ। ਇੱਥੇ ਮਹਾਰਾਜ ਬੈਠੇ ਤੇ ਇਹ ਮਸੰਦ ਜਿਹੜੇ ਨੇ ਆਪੋ ਆਪਣੀਆਂ ਗਰਾਹੀਆਂ ਜਿਹੜੀਆਂ ਜਮ੍ਹਾਂ ਕਰਾਉਂਦੇ ਹਨ। ਚੌਪਈ ਬ੍ਰਿਧ ਕੇ ਘਰ ਕੇ ਸੂਖਮ ਚਾਰ। ਸੋ ਇਧਰੋਂ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਵਿੱਚੋਂ, ਪੀੜ੍ਹੀ ਵਿੱਚੋਂ, ਖਾਨਦਾਨ ਵਿੱਚੋਂ 7ਵੀਂ ਥਾਂ ਤੇ ਬਾਬਾ ਰਾਮ ਕੋਇਰ ਜੀ ਨੇ ਇਸ ਵੇਲੇ ਕੁੱਲ ਵਿੱਚੋਂ, ਉਹਨਾਂ ਨੇ ਵੀ ਆਪਣੇ ਵੱਲੋਂ ਬੜੀ ਸੋਹਣੀ ਬਰੀਕ ਤੇ ਸੁੰਦਰ ਜਿਹੜੀ ਭੇਟਾ ਬਸਤਰ ਮਹਾਰਾਜ ਜੀਆਂ ਨੂੰ ਕੀਤੇ ਹਨ। ਪੂਰਬ ਦੇਤ ਭਏ ਦਸਤਾਰ। ਦਸਤਾਰਾਂ ਜਦੋਂ ਮਹਾਰਾਜ ਨੂੰ ਮਿਲ ਲੱਗੀਆਂ ਨਾ, ਦਸਤਾਰਬੰਦੀ ਹੋਣੀ ਹੈ, ਤੇ ਸਾਰਿਆਂ ਤੋਂ ਪਹਿਲੀ ਦਸਤਾਰ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਨੇ, ਬਾਬਾ ਰਾਮ ਕੋਇਰ ਜੀ ਉਹਨਾਂ ਦਾ ਨਾਮ ਸੀਗਾ। ਬਾਬਾ ਬੁੱਢਾ ਸਾਹਿਬ ਦੀ 7ਵੀਂ ਪੀੜ੍ਹੀ ਵਿੱਚੋਂ ਸਨ। ਸਭ ਤੋਂ ਪਹਿਲਾਂ ਉਹਨਾਂ ਨੂੰ ਅੱਗੇ ਕੀਤਾ ਗਿਆ। ਉਹਨਾਂ ਨੇ ਆਪਣੇ ਵੱਲੋਂ ਦਸਤਾਰ ਜਿਹੜੀ ਹੈ ਉਹ ਮਹਾਰਾਜ ਜੀਆਂ ਨੂੰ ਭੇਟ ਕੀਤੀ ਹੈ। ਕੋਰਦਾਰ ਚੌਂ ਔਰਨ ਚੀਰੇ। ਤੇ ਇਹ ਜਿਹੜਾ ਕੱਪੜਾ ਹੈ ਨਾ, ਕਰਾਰਿਆਂ ਜਾਂ ਪਹਿਲਾਂ ਵਾਲੇ, ਸੋ ਕਹਿਣ ਲੱਗੇ ਵੀ ਇਹਦੇ 4 ਚੁਫੇਰੇ ਨਾ ਬੜਾ ਸੋਹਣਾ ਕਢਾਈ ਕੀਤੀ ਹੋਈ। ਇਹਦੀਆਂ ਚਾਰੇ ਜਿਹੜੀਆਂ ਕੋਰਾਂ ਨੇ, ਨੁਕਰਾਂ, ਉਹਨਾਂ ਦੇ ਉੱਪਰ ਬੜੀ ਸੋਹਣੀ ਸਜਾਵਟ ਬਣੀ ਹੋਈ। ਇਸ ਤਰ੍ਹਾਂ ਦੀ ਸੋਹਣੀ ਦਸਤਾਰ, ਸੋਹਣਾ ਚੀਰਾ ਇਹਨਾਂ ਨੇ ਭੇਟ ਕੀਤਾ ਹੈ। ਜਰੇ ਬੇਕੀਮਤ ਜਿਸਮੈ ਹੀਰੇ। ਕਹਿਣ ਲੱਗੇ ਇਸੇ ਤਰ੍ਹਾਂ ਚਾਰੇ ਪਾਸਿਓਂ ਚੀਰੇ ਦੇ ਹੀਰੇ ਜੜੇ ਹੋਏ, 4 ਚੁਫੇਰੇ ਉਸ ਕੱਪੜੇ ਦੇ, ਨਿੱਕੇ ਨਿੱਕੇ ਹੀਰੇ ਮੋਤੀ ਜਿਹੜੇ ਲੱਗੇ।
ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਜਰੇ ਬੇਕੀਮਤ ਜਿਸ ਮੈਂ ਹੀਰੇ, ਇਸ ਦੇ ਵਿੱਚ ਬਹੁਤ ਸਾਰੇ ਹੀਰੇ ਬੇਕੀਮਤ ਬਹੁਤੇ ਮਹਿੰਗੇ ਮੁੱਲ ਦੇ ਲੱਗੇ ਹੋਏ ਹਨ। ਜ਼ਬਰ ਜੇਬ ਜੁਤ ਜਗਮਕਾਰੀ, ਇਹਨਾਂ ਹੀਰਿਆਂ ਦੀ ਜਿਹੜੀ ਜਗਮਗਾਹਟ ਹੈ, ਜਿਹੜੀ ਚਮਕ ਹੈ, ਪ੍ਰਕਾਸ਼ ਹੈ, ਬਹੁਤਾ ਹੁੰਦਾ ਹੈ। ਜਿਗਾ ਦਈ ਸਿਰ ਬੰਦ ਉਦਾਰੀ, ਉਸ ਵੇਲੇ ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚੋਂ ਭਾਈ ਰਾਮ ਕੋਇਰ ਜੀਆਂ ਨੇ ਅੱਗੇ ਹੋ ਕੇ ਤੇ ਇਹਨਾਂ ਦੇ ਸੀਸ ਦੇ ਉੱਪਰ ਧੰਨ ਦਸਵੇਂ ਪਾਤਸ਼ਾਹ ਨੇ ਜਿਹੜੀ ਅੱਜ ਕਲਗੀ ਸਜਾਉਣੀ ਹੈ ਜਾਂ ਕਲਗੀ ਸਜਾਉਣ ਲੱਗੇ ਨੇ, ਇਸ ਕਲਗੀ ਨੂੰ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਨੇ ਅੱਗੇ ਹੋ ਕੇ ਮਹਾਰਾਜ ਦੇ ਮਸਤਕ ਦੇ ਉੱਪਰ ਦਸਤਾਰ ਦੇ ਉੱਪਰ ਸਜਾਇਆ ਹੈ। ਜਰੇ ਜਵਾਹਰ ਜਾਗਤ ਜੋਤੀ, ਇਸ ਕਲਗੀ ਦੇ ਵਿੱਚ ਬੜੇ ਸੋਹਣੇ ਹੀਰੇ ਮੋਤੀ ਲੱਗੇ ਹੋਏ, ਜਿਨ੍ਹਾਂ ਦੀ ਬਹੁਤ ਜ਼ਿਆਦਾ ਪ੍ਰਕਾਸ਼ ਹੋ ਰਿਹਾ, ਜਿਨ੍ਹਾਂ ਦੀ ਬੜੀ ਸ਼ੋਭਾ ਹੋ ਰਹੀ ਹੈ। ਉਜਲ ਗੋਲ ਪੋਏ ਵਿੱਚ ਮੋਤੀ, ਇਹ ਕਹਿਣ ਲੱਗੇ ਵੀ ਉਜਲ ਤੋਂ ਭਾਵ ਹੈ ਸਫੇਦ ਤੇ ਗੋਲ ਰੰਗ ਦੇ ਮੋਤੀ ਜਿਹੜੇ ਨੇ ਇਸ ਕਲਗੀ ਦੇ ਵਿੱਚ ਲੱਗੇ ਹੋਏ ਹਨ। ਕਲਗੀ ਚਾਰ ਉਤੰਗ ਹੈ ਕਰੀ, ਤੇ ਬੜੀ ਸੋਹਣੀ ਉੱਚੀ ਕਲਗੀ ਹੈ ਜਿਹੜੀ ਮਹਾਰਾਜ ਜੀਆਂ ਦੇ ਸੀਸ ਦੇ ਉੱਪਰ ਸ਼ੋਭਾ ਪਾਉਣ ਲੱਗੀ ਹੈ। ਸਤਿਗੁਰ ਸੀਸ ਧਰੀ ਬਿਦ ਖਰੀ, ਤੇ ਸਤਿਗੁਰਾਂ ਦੇ ਸੀਸ ਦੇ ਉੱਪਰ ਬੜੀ ਚੰਗੀ ਤਰੀਕੇ ਦੇ ਨਾਲ ਇਹਨਾਂ ਸੰਗਤਾਂ ਨੇ ਜੋ ਬਾਬਾ ਬੁੱਢਾ ਸਾਹਿਬ ਦੇ ਵੱਲੋਂ ਦਸਤਾਰ ਆਈ ਹੈ ਉਹ ਸਜਾਈ ਗਈ ਹੈ। ਫਿਰ ਕਲਗੀ ਲੈ ਕੇ ਆਏ ਬਾਬਾ ਬੁੱਢਾ ਸਾਹਿਬ ਜੀਆਂ ਦਾ ਜੋ ਪਰਿਵਾਰ ਹੈ, 7ਵੀਂ ਪੀੜ੍ਹੀ ਜੋ ਖਾਨਦਾਨ ਹੈ, ਉਹ ਸੋਹਣੀ ਕਲਗੀ ਮਹਾਰਾਜ 10ਵੇਂ ਪਾਤਸ਼ਾਹ ਦੇ ਸੀਸ ਦੇ ਉੱਪਰ ਸਜਾਈ ਗਈ ਹੈ। ਬਹੁ ਮੁੱਲਾ ਇੱਕ ਦੀਨ ਸੁਬਾਜ, ਤੇ ਫਿਰ ਕਹਿਣ ਲੱਗੇ ਵੀ ਇੱਕ ਬਾਜ ਜਿਹੜਾ ਨਾ ਬੜੇ ਮਹਿੰਗੇ ਮੁੱਲ ਦਾ, ਜਿਹਦੀ ਬੜੀ ਜ਼ਿਆਦੀ ਕੀਮਤ ਹੈ, ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬਾਜ ਦਿੱਤਾ ਹੈ। ਘਰ ਬਿਠਾਏ ਦੇਖਿਓ ਮਹਾਰਾਜ, ਮਹਾਰਾਜ 10 ਸਾਲ ਦੀ ਉਮਰ ਹੈ, ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਵੱਲੋਂ ਇੱਕ ਬਾਜ ਭੇਟ ਹੋਇਆ। ਬਾਜ ਇੱਕ ਪੰਛੀ ਹੈ ਉੱਡਣ ਵਾਲਾ। ਮਹਾਰਾਜ ਜੀਆਂ ਨੇ ਉਸ ਬਾਜ ਨੂੰ ਆਪਣੇ ਹੱਥ ਤੇ ਬਿਠਾ ਕੇ ਤੇ ਵੇਖਿਆ, ਇਸ ਤਰ੍ਹਾਂ ਉਹਦੀ ਪਰਖ ਕੀਤੀ ਹੈ। ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਵੱਲੋਂ ਇੱਕ ਸੋਹਣੀ ਦਸਤਾਰ ਆਈ ਹੈ, ਸੋਹਣੀ ਕਲਗੀ ਆਈ ਹੈ, ਕਲਗੀ ਵਿੱਚ ਹੀਰੇ ਤੇ ਮੋਤੀ ਲੱਗੇ ਹੋਏ ਨੇ। ਇੱਕ ਸੋਹਣਾ ਬਾਜ ਜਿਹੜਾ ਹੈ ਨਾ, ਉਹ ਵੀ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਵੱਲੋਂ ਭੇਟ ਹੋਇਆ ਹੈ। ਬੇਦੀ ਤੇਹਣ ਭੱਲਿਆਨ ਬੰਸ, ਇਸੇ ਤਰ੍ਹਾਂ ਵੇਦੀਆਂ ਦੀ ਕੁੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜਿਹੜੇ ਖਾਨਦਾਨ ਵਿੱਚੋਂ ਨੇ, ਉਹਨਾਂ ਦੇ ਵੱਲੋਂ ਵੀ ਮਹਾਰਾਜ ਜੀਆਂ ਨੂੰ ਭੇਟਾ ਆਈ ਹੈ। ਤ੍ਰੇਹਨ ਕੁੱਲ ਗੁਰੂ ਅੰਗਦ ਸਾਹਿਬ ਦੀ ਉਹਨਾਂ ਵੱਲੋਂ ਵੀ ਭੇਟ ਹੋਈ ਹੈ। ਭੱਲੇ ਕੁੱਲ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਵੱਲੋਂ ਵੀ ਭੇਟਾ ਚੜੀ ਹੈ। ਦੇਤ ਬਸਤਰ ਸ਼ੁਭ ਅਰ, ਇਹਨਾਂ ਸਾਰਿਆਂ ਨੇ ਆਪਣੇ ਵੱਲੋਂ ਬਸਤਰ ਦਿੱਤੇ ਨੇ। ਗੁਰੂ ਨਾਨਕ ਸਾਹਿਬ ਦੀ ਕੁੱਲ ਬੜੇ ਸੋਹਣੇ ਬਸਤਰ ਮਹਾਰਾਜ ਦੇ ਬੇਦੀ ਜਿਹੜੇ ਨੇ ਬਣਾ ਕੇ ਲੈ ਕੇ ਆਏ। ਧੰਨ 10ਵੇਂ ਪਾਤਸ਼ਾਹ ਨੂੰ ਬੇਦੀਆਂ ਦੇ ਵੱਲੋਂ ਇਹ ਬਸਤਰ ਭੇਟ ਹੋਏ। ਫਿਰ ਗੁਰੂ ਅੰਗਦ ਸਾਹਿਬ ਦੇ ਪਰਿਵਾਰ ਵੱਲੋਂ, ਫਿਰ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਵੱਲੋਂ ਸੋਹਣੀਆਂ ਦਸਤਾਰਾਂ ਜਿਹੜੀਆਂ ਨੇ ਉਸ ਵੇਲੇ ਭੇਟ ਹੋਈਆਂ ਹਨ। ਪੂਨਮ ਸੰਦ ਗਨ ਦੇਸ਼ਨ ਕੇਰੇ, ਇਹਨਾਂ ਤੋਂ ਬਾਅਦ ਵਿੱਚ ਹੁਣ ਮਸੰਦਾਂ ਦੀ ਵਾਰੀ, ਜਿਵੇਂ ਜਿਵੇਂ ਕਿਸੇ ਦਾ ਰੁਤਬਾ ਹੈ ਨਾ, ਉਵੇਂ ਉਵੇਂ ਵਾਰੀ ਆਉਂਦੀ ਪਈ ਹੈ ਮਹਾਰਾਜ ਨੂੰ ਭੇਟ ਦੇਣ ਦੀ। ਸਾਰਿਆਂ ਤੋਂ ਵੱਡੀ ਦਾਤ ਬਾਬਾ ਬੁੱਢਾ ਸਾਹਿਬ ਦੇ ਕੋਲ ਹੈ, ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਭੇਟ ਚੜ੍ਹੀ ਹੈ। ਫਿਰ ਜਿਹੜੇ ਗੁਰੂ ਘਰ ਨੇ, ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਉਹਨਾਂ ਦੇ ਪਰਿਵਾਰਾਂ ਦਾ ਵੀ ਇੱਕ ਵੱਖਰਾ ਸਤਿਕਾਰ ਹੈ, ਮਾਣ ਹੈ। ਫਿਰ ਉਹਨਾਂ ਦੇ ਵੱਲੋਂ ਭੇਟਾਂ ਮਹਾਰਾਜ ਜੀ ਨੂੰ ਚੜ੍ਹੀਆਂ ਨੇ। ਹੁਣ ਉਹਨਾਂ ਤੋਂ ਉਪਰੰਤ ਜਿਹੜੇ ਮਸੰਦ ਨੇ, ਜਥੇਦਾਰ ਵੱਖ-ਵੱਖ ਇਲਾਕਿਆਂ ਦੇ ਥਾਪੇ ਹੋਏ, ਫਿਰ ਉਹਨਾਂ ਦੇ ਵੱਲੋਂ ਮਹਾਰਾਜ ਜੀਆਂ ਨੂੰ ਭੇਟ ਆ ਰਹੀ ਹੈ। ਧਰਤੇ ਨਿਜ ਨਿਜ ਭੇਟ ਅਗੇਰੇ, ਆਪੋ ਆਪਣੀਆਂ ਭੇਟਾਂ ਦੱਸ ਕੇ, ਮਹਾਰਾਜ ਮੈਂ ਫਲਾਣੇ ਇਲਾਕੇ ਦਾ ਮਸੰਦ ਹਾਂ ਤੇ ਮੈਂ ਤੁਹਾਨੂੰ ਆਹ ਭੇਟ ਰੱਖੀ ਹੈ। ਦੂਜਾ ਦੱਸਦਾ, ਮਹਾਰਾਜ ਮੈਂ ਉਸ ਇਲਾਕੇ ਦਾ ਮਸੰਦ ਹਾਂ, ਮੈਂ ਸੰਗਤ ਵੱਲੋਂ ਇਹ ਭੇਟਾ ਆਪ ਜੀ ਨੂੰ ਅਰਪਣ ਕੀਤੀ ਹੈ। ਲੱਗਿਓ ਅੰਬਾਰ ਪਾਰ ਕਛ ਨਾਹੀ, ਸਤਿਗੁਰਾਂ ਦੇ ਅੱਗੇ ਕਹਿੰਦੇ ਢੇਰ ਲੱਗ ਗਿਆ ਬਸਤਰਾਂ ਦਾ ਤੇ ਮਾਇਆ ਦਾ, ਕੋਈ ਗਿਣ ਨਹੀਂ ਸਕਦਾ। ਉਸ ਵੇਲੇ ਇੰਨੀ ਮਾਇਆ ਚੜ੍ਹੀ ਸੰਗਤ ਵੱਲੋਂ, ਨਾ ਮਾਇਆ ਦੀ ਗਿਣਤੀ ਕੋਈ ਕਰ ਸਕਦਾ ਹੈ। ਇੰਨੇ ਬਸਤਰ ਚੜ੍ਹੇ, ਮਹਾਰਾਜ ਨੂੰ ਪੱਗਾਂ ਇੰਨੀਆਂ ਭੇਟ ਹੋਈਆਂ ਕਿ ਉਹਨਾਂ ਪੱਗਾਂ ਦੀ ਗਿਣਤੀ ਵੀ ਹੋ ਨਹੀਂ ਸਕਦੀ ਹੈ। ਗੁਰ ਪ੍ਰਸੰਨਤਾ ਹਿਤ ਹਰ ਪਾਹੀ, ਇਹ ਸਾਰੀਆਂ ਸੰਗਤਾਂ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ, 10ਵੇਂ ਗੁਰੂ ਦੀ ਪ੍ਰਸੰਨਤਾ ਵਾਸਤੇ ਭੇਟ ਕਰਦੀਆਂ ਹਨ। ਇੱਕ ਥਿਰ ਇੱਕ ਬਿਰ ਬੋਲੇ ਉਠੇ ਜੈਕਾਰਾ, ਉਸ ਵੇਲੇ ਕਹਿਣ ਲੱਗੇ ਵੀ ਸੰਗਤਾਂ ਜਿਹੜੀਆਂ ਨੇ ਇੱਕੋ ਵਾਰੀ ਫਿਰ ਬੋਲ ਕੇ ਜਕਾਰਾ ਛੱਡਦੀਆਂ, ਉੱਚੀ ਆਵਾਜ਼ ਦੇ ਵਿੱਚ। ਜਦੋਂ ਭੇਟਾਂ ਚੜ੍ਹਦੀਆਂ ਨਾ, ਖੁਸ਼ੀ ਪ੍ਰਸੰਨਤਾ ਆਪਣੀ ਵਿਖਾਉਣ ਵਾਸਤੇ ਸੰਗਤਾਂ ਫਿਰ ਉੱਚੀ ਆਵਾਜ਼ ਦੇ ਵਿੱਚ ਗੱਜ ਕੇ ਜਿਹੜਾ ਜਕਾਰਾ ਛੱਡਿਆ ਜਾਂਦਾ। ਜਕਾਰਾ ਜਿਹੜਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ, ਹੌਸਲੇ ਦਾ ਪ੍ਰਤੀਕ ਹੈ।
ਇਸ ਤਰ੍ਹਾਂ ਸੰਗਤਾਂ ਜਕਾਰਾ ਛੱਡਦੀਆਂ ਹਨ। ਭਇਓ ਸਮਾਜ ਆਨੰਦਤ ਸਾਰਾ, ਤੇ ਸਤਿਗੁਰਾਂ ਦੇ ਅੱਗੇ ਭਾਈ ਇਹ ਸਾਰਾ ਸਮਾਨ ਰੱਖਿਆ ਹੋਇਆ, ਬੜਾ ਆਨੰਦ ਉਸ ਵੇਲੇ ਬਣਿਆ ਹੈ। ਕਰਤ ਮੇਵਰੋ ਪਿਖ ਅਰਦਾਸ, ਮਹਾਰਾਜ ਦੇ ਅੱਗੇ ਅਰਦਾਸੀਏ ਪੱਕੇ ਹੀ ਖਲੋਤੇ ਰਹਿੰਦੇ ਸਨ। ਆਪਾਂ ਇਹ ਕਥਾ ਸੁਣਦੇ ਪਏ ਹਾਂ, ਇਸ ਜਿਹੜੀ ਕਥਾ ਆਪਾਂ ਸੁਣਦੇ ਪਏ ਹਾਂ ਇਹਦੀ ਵਿਚਾਰ ਆਪਣੇ ਮਨ ਦੇ ਵਿੱਚ ਉਹ ਆਪਾਂ ਤਸਵੀਰ ਬਣਾਈਏ। ਦਸਵੇਂ ਪਾਤਸ਼ਾਹ ਜਦੋਂ ਤਖਤ ਤੇ ਬੈਠਦੇ ਸਨ, ਸੰਗਤ ਵਿੱਚ ਆ ਕੇ ਕੁਝ ਅਰਦਾਸੀਏ ਮਹਾਰਾਜ ਦੇ ਅੱਗੇ ਅਰਦਾਸ ਕਰਨ ਵਾਲੇ ਪੱਕੇ ਹੀ ਖਲੋਂਦੇ ਸਨ। ਸੰਗਤਾਂ ਉਹਨਾਂ ਨੂੰ ਆ ਕੇ ਦੱਸਦੀਆਂ ਸਨ ਵੀ ਮੈਂ ਫਲਾਣੀ ਥਾਂ ਤੋਂ ਆਇਆ ਹਾਂ, ਇੰਨੀ ਭੇਟਾ ਮਹਾਰਾਜ ਜੀ ਨੂੰ ਚੜਾਉਣ ਲੱਗਾ, ਮੇਰੇ ਤੇ ਇਹ ਦੁੱਖ ਹੈ ਜਾਂ ਮੇਰਾ ਇਹ ਦੁੱਖ ਕੱਟਿਆ ਗਿਆ ਹੈ। ਉਹ ਜਿਹੜੇ ਮੇਵੜੇ ਸਨ ਅੱਗੇ ਖਲੋਤੇ ਹੋਏ ਮਹਾਰਾਜ ਸਾਹਿਬ ਜੀਆਂ ਦੇ, ਉਹ ਫਿਰ ਅਰਦਾਸ ਕਰਦੇ ਸਨ ਸੰਗਤ ਵੱਲੋਂ, ਮਹਾਰਾਜ ਇਹ ਸੰਗਤ ਫਲਾਣੇ ਇਲਾਕੇ ਦੀ ਹੈ, ਇਹਨਾਂ ਨੇ ਤੁਹਾਡੇ ਵਾਸਤੇ ਇਹ ਕਾਮਨਾ ਸੁਖੀ ਹੈ ਤੇ ਪੂਰੀ ਹੋਈ ਹੈ, ਇਹ ਆਪ ਜੀ ਦੇ ਵਾਸਤੇ ਇਹ ਵਸਤੂ ਲੈ ਕੇ ਆਏ ਨੇ। ਇਸ ਤਰ੍ਹਾਂ ਸੰਗਤਾਂ ਅਰਦਾਸਾਂ ਕਰਵਾਉਂਦੀਆਂ ਹਨ। ਨਾਮ ਸੁਨਾਏ ਸਭਨ ਗੁਰ ਪਾਸ, ਤੇ ਸਾਰੀ ਸੰਗਤ ਦੇ ਨਾਮ ਸੁਣਾਏ ਜਾਂਦੇ, ਇਹ ਫਲਾਣੇ ਪਰਗਨੇ ਵਿੱਚੋਂ ਆਇਆ ਹੈ, ਇਹ ਫਲਾਣੇ ਚੱਕ ਵਿੱਚੋਂ ਆਇਆ ਹੈ, ਇਹ ਐਸ ਜ਼ਿਲ੍ਹੇ ਵਿੱਚੋਂ ਆਇਆ ਹੈ, ਐਸੇ ਨੰਬਰਦਾਰੀ ਦੇ ਇਲਾਕੇ ਵਿੱਚੋਂ ਆਇਆ ਹੈ। ਉਹ ਸਾਰਾ ਕੁਝ ਦੱਸਿਆ ਜਾਂਦਾ ਵੀ ਇਹ ਫਲਾਣਾ ਸਿੱਖ ਹੈ ਤੇ ਇਹ ਇਹਦਾ ਇਲਾਕਾ ਹੈ, ਨਗਰ ਹੈ। ਉਹ ਸਭ ਕੁਝ ਸੰਗਤਾਂ ਬੋਲ ਕੇ ਮੇਵੜੇ ਮਹਾਰਾਜ ਨੂੰ ਦੱਸਦੇ ਹਨ। ਪੰਚਾਮ੍ਰਿਤ 1000 ਕੋ ਆਇਓ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਨਾ, ਕਈ ਹਜ਼ਾਰ ਰੁਪਏ ਉਹਨਾਂ ਸਮਿਆਂ ਦੇ ਵਿੱਚ ਲਾ ਕੇ ਤੇ ਬਹੁਤਾ ਖੁੱਲਾ ਪ੍ਰਸ਼ਾਦ ਬਣਾਇਆ ਹੈ। ਲੈ ਗੁਰੂ ਨਾਮ ਸਕਲ ਵਰਤਾਇਓ, ਤੇ ਸਤਿਗੁਰਾਂ ਦਾ ਨਾਮ ਲੈ ਕੇ ਤੇ ਖੁੱਲਾ ਪ੍ਰਸ਼ਾਦ ਸਾਰੀ ਸੰਗਤ ਨੂੰ ਰੱਜ ਰੱਜ ਕੇ ਛਕਣ ਵਾਸਤੇ ਵਰਤਾਇਆ। ਸੰਗਤ ਉਤਰੀ ਜਿਸ ਜਿਸ ਥਾਂ, ਜਿਸ ਥਾਂ ਤੇ ਮਹਾਰਾਜ ਦੀਆਂ ਸੰਗਤਾਂ ਉਤਰੀਆਂ ਸਨ, ਜਿਹੜੇ ਟਿਕਾਣੇ ਮਿਲੇ, ਤੰਬੂ ਮਿਲੇ ਲਾਉਣ ਵਾਸਤੇ ਜਾਂ ਜਗ੍ਹਾ ਮਿਲੀ, ਜਿੱਥੇ ਜਿੱਥੇ ਉਤਰੇ ਹਨ। ਕੀਨ ਪੁਜਾਵਨ ਜਿਸ ਥਾਂ, ਸਾਰਿਆਂ ਥਾਵਾਂ ਤੇ ਜਿਹੜੀ ਸੰਗਤ ਦਰਬਾਰ ਵਿੱਚ ਨਾ ਪਹੁੰਚੀ, ਦਸਵੇਂ ਪਾਤਸ਼ਾਹ ਮਹਾਰਾਜ ਦੀ ਉਮਰ ਭਾਵੇਂ 10 ਸਾਲ ਦੀ ਹੈ, ਪ੍ਰਬੰਧ ਬੜਾ ਵੱਡਾ ਮਹਾਰਾਜ ਕਰੀ ਬੈਠੇ। ਮਸੰਦਾਂ ਨੂੰ, ਜਥੇਦਾਰਾਂ ਨੂੰ ਡਿਊਟੀ ਲਾਈ ਹੈ, ਜਿਹੜੀ ਸੰਗਤ ਦਰਬਾਰ ਵਿੱਚ ਨਹੀਂ ਆਈ ਉਹਨਾਂ ਟਿਕਾਣਿਆਂ ਤੇ ਇਹ ਪ੍ਰਸ਼ਾਦ ਤੇ ਲੰਗਰ ਪਹੁੰਚਾਇਆ ਜਾਵੇ ਸਾਰੀ ਸੰਗਤ ਨੂੰ। ਇਹ ਮਹਾਰਾਜ ਦਾ ਪ੍ਰਸ਼ਾਦ ਆਪੋ ਆਪਣੇ ਟਿਕਾਣਿਆਂ ਤੇ ਪਹੁੰਚਾ ਹੈ। ਸ਼ਬਦ ਰਬਾਬੀ ਗਾਵਤ ਤਹਾਂ, ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਜਿਹੜੇ ਰਬਾਬੀਏ ਨੇ, ਕੀਰਤਨੀਏ ਨੇ, ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਾਉਂਦੇ ਹਨ। ਬਸਤਰ ਸਹਿਤ ਧਨ ਦੀ ਨੋ ਮਹਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਹਨਾਂ ਰਾਗੀ ਸਿੰਘਾਂ ਨੂੰ, ਜਿਹੜੇ ਕੀਰਤਨ ਕਰਨ ਵਾਲੇ ਨੇ ਨਾ, ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਬੇਅੰਤ ਬਸਤਰ ਉਹਨਾਂ ਨੂੰ ਭੇਟ ਕਰਕੇ ਤੇ ਮਾਇਆ ਵੀ ਨਾਲ ਭੇਟ ਕੀਤੀ, ਇਹ ਸਤਿਕਾਰ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਗੁਰੂ ਘਰ ਦੇ ਵਿੱਚ ਗੁਰੂ ਕੀਰਤਨੀਆਂ ਦਾ ਇੱਕ ਵਿਸ਼ੇਸ਼ ਸਥਾਨ ਹੈ, ਇੱਕ ਵਿਸ਼ੇਸ਼ ਸਤਿਕਾਰ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੱਕ ਦਿਨ ਰਾਗੀ ਸਿੰਘ ਲੇਟ ਹੋ ਗਏ, ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਾ ਆਏ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਪੈਰੀਂ ਜੋੜਾ ਉਤਾਰ ਕੇ ਨੰਗੇ ਪੈਰੀਂ ਉਹਨਾਂ ਨੂੰ ਘਰਾਂ ਵਿੱਚੋਂ ਲੈਣ ਚਲੇ ਗਏ ਸਨ ਵੀ ਤੁਸੀਂ ਅੱਜ ਕੀਰਤਨ ਸਰਵਣ ਕਰਾਉਣ ਵਾਸਤੇ ਨਹੀਂ ਪਹੁੰਚੇ। ਇਹਨਾਂ ਸਤਿਕਾਰ ਮਹਾਰਾਜ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਗੁਰੂ ਕੀ ਬਾਣੀ ਗਾਉਣ ਵਾਲੇ, ਸੁਣਾਉਣ ਵਾਲੇ ਨੂੰ ਦਿੱਤਾ ਹੈ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਜਿਹੜੇ ਰਬਾਬੀ ਕੀਰਤਨ ਕਰਦੇ ਪਏ, ਉਹਨਾਂ ਨੂੰ ਬੜੇ ਸੋਹਣੇ ਬਸਤਰ ਤੇ ਬੇਅੰਤ ਮਾਇਆ ਮਹਾਰਾਜ ਜੀਆਂ ਨੇ ਭੇਟ ਕੀਤੀ ਹੈ। ਇੱਕ ਪੌੜੀ ਢਾਡੀ ਜਵਲਾਈ, ਸੋ ਕਹਿਣ ਲੱਗੇ ਇਸ ਤੋਂ ਬਾਅਦ ਵਿੱਚ ਜਦੋਂ ਦੀਵਾਨ ਦੀ ਸਮਾਪਤੀ ਹੋਣ ਲੱਗੀ ਨਾ, ਫਿਰ ਢਾਡੀ ਸਿੰਘ ਆ ਗਏ, ਉਹਨਾਂ ਨੇ ਵੀ ਇੱਕ ਪੌੜੀ ਗਾ ਕੇ ਉਸ ਵੇਲੇ ਮਹਾਰਾਜ ਜੀਆਂ ਨੂੰ ਸੁਣਾਈ ਹੈ। ਮਨ ਭਾਵਤ ਬਖਸ਼ਿਸ਼ ਤਿਨ ਤੇ ਪਾਈ, ਸਤਿਗੁਰੂ ਪਾਤਸ਼ਾਹ ਬੜੇ ਖੁਸ਼ ਹੋ ਗਏ, ਕਹਿਣ ਲੱਗੇ ਢਾਡੀਓ ਮੰਗੋ ਕੀ ਚਾਹੀਦਾ। ਕਹਿਣ ਲੱਗੇ ਮਹਾਰਾਜ ਜੋ ਆਪ ਜੀ ਕਿਰਪਾ ਕਰੋ ਉਹੀ ਲੈ ਲਵਾਂਗੇ। ਸਤਿਗੁਰਾਂ ਨੇ ਬੇਅੰਤ ਧਨ ਤੇ ਬਸਤਰ ਇਹਨਾਂ ਢਾਡੀ ਸਿੰਘਾਂ ਨੂੰ ਵੀ ਉਸ ਵੇਲੇ ਬਖਸ਼ਿਸ਼ ਕੀਤੇ ਹਨ। ਪਾਟ ਕਲਾਵਤ ਆਦਿਕ ਇੰਨੇ ਜਾਤੇ, ਚਿਰ ਨੂੰ ਪਹਾੜ ਜਿਹੜੇ ਭੱਟ ਸਨ ਨਾ, ਗਾਉਣ ਵਾਲੇ, ਮਹਾਰਾਜ ਦੀ ਸਿਫਤ ਕਰਨ ਵਾਲੇ ਭੱਟ ਵੀ ਆ ਗਏ। ਤੇ ਕਲਾਵਤ ਤੋਂ ਭਾਵ ਹੈ ਉੱਚੀ ਉੱਚੀ ਜਿਹੜੇ ਕਵਿਤ ਪੜਨ ਵਾਲੇ ਨੇ, ਉਹ ਵੀ ਮਹਾਰਾਜ ਦੇ ਦਰਵਾਜ਼ੇ ਤੇ ਖੜ ਕੇ ਸਿਫਤ ਕਰਦੇ ਪਏ ਹਨ। ਦਰਬ ਸਰਬ ਕੋ ਦੇ ਗੁਰ ਸਾਚੇ, ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ, ਭਾਵੇਂ ਕੋਈ ਭੱਟ ਹੈ, ਭਾਵੇਂ ਕੋਈ ਕਵਿਤ ਗਾਉਣ ਵਾਲਾ ਹੈ, ਭਾਵੇਂ ਕੋਈ ਢਾਡੀ ਗਾਉਣ ਵਾਲਾ ਹੈ, ਭਾਵੇਂ ਕੋਈ ਰਾਗੀ ਗਾਉਣ ਵਾਲਾ ਹੈ, ਸਾਰਿਆਂ ਨੂੰ ਮਹਾਰਾਜ ਜੀਆਂ ਨੇ ਬੇਅੰਤ ਮਾਇਆ ਉਸ ਵੇਲੇ ਪ੍ਰਦਾਨ ਕੀਤੀ ਹੈ। ਵਿਪਰਨ ਦਾਨ ਅਦਿਕ ਹੀ ਪਾਇਓ, ਇਸ ਤੋਂ ਬਾਅਦ ਵਿੱਚ ਫਿਰ ਬ੍ਰਾਹਮਣਾਂ ਦੀ ਵਾਰੀ ਆ ਗਈ, ਪੰਡਤ ਆ ਗਏ, ਬੋਧੀਆਂ ਵਾਲੇ ਮਹਾਰਾਜ ਸਾਰਿਆਂ ਨੂੰ ਦਾਨ ਦਿੰਦੇ ਪਏ। ਆਪ ਜੀ ਖੱਤਰੀ ਹੋ, ਅਸੀਂ ਬ੍ਰਾਹਮਣ ਆ, ਤੇ ਖੱਤਰੀਆਂ ਦਾ ਇਹ ਬਣਦਾ ਹੈ ਵੀ ਸਾਨੂੰ ਜਿਹੜਾ ਮਾਇਆ ਦਾਨ ਦਿੱਤੀ ਜਾਵੇ। ਅਸੀਂ ਵੀ ਆਪ ਜੀ ਦੇ ਘਰ ਦੇ ਸੋ ਆਸਰੇ ਆਪਣਾ ਜੀਵਨ ਬਤੀਤ ਕਰਦੇ ਹਾਂ।
ਮਹਾਰਾਜ ਜੀਆਂ ਨੇ ਬੇਨਤੀ ਸੁਣ ਕੇ ਧੰਨ ਦਸਵੇਂ ਪਾਤਸ਼ਾਹ ਨੇ ਉਹ ਜਿਹੜੇ ਬ੍ਰਾਹਮਣ ਜਾਚਕ ਆਏ ਨੇ ਮੰਗਣ ਵਾਸਤੇ ਉਹਨਾਂ ਨੂੰ ਵੀ ਬੇਅੰਤ ਮਾਇਆ ਭੇਟ ਕੀਤੀ ਹੈ। ਸਬਨ ਆਸ਼ਿਕਾ ਬਾਦ ਇਹ ਅਲਾਇਓ ਸਾਰਿਆਂ ਨੂੰ ਮਹਾਰਾਜ ਜੀ ਉਸ ਵੇਲੇ ਅਸੀਸ ਬਖਸ਼ਿਸ਼ ਕਰਦੇ ਹਨ। ਜੈ ਕੈ ਜਾਚਕ ਸੁਜਸ ਉਚਾਰੇ ਜਿੱਥੇ ਕਿਥੇ ਮਹਾਰਾਜ ਜੀਆਂ ਦਾ ਬੇਅੰਤ ਜਸ ਸੰਗਤਾਂ ਕਰ ਰਹੀਆਂ ਹਨ। ਸ਼੍ਰੀ ਗੁਰੂ ਤੁਮ ਬਿਨ ਕੋ ਪ੍ਰਤਪਾਰੇ ਨਾਲ ਹੀ ਬੇਨਤੀ ਕਰਦੇ ਸਾਰੇ ਜਿੰਨੇ ਆਏ ਨੇ ਮਹਾਰਾਜ ਤੁਹਾਡੇ ਬਿਨਾ ਪਾਲਣਾ ਕੌਣ ਕਰ ਸਕਦਾ ਹੈ। ਸੋ ਇਹ ਆਪ ਜੀ ਪਾਲਣਾ ਕਰਦੇ। ਮਹਾਰਾਜ ਬੜਾ ਵੱਡਾ ਦਾਨ ਦੇਣ ਵਾਲੇ ਤੇ ਇਹ ਜਿਹੜੇ ਮੰਗਤੇ ਨੇ ਜਾਂ ਕਹਿ ਲਈਏ ਗੁਰੂ ਦਾ ਜਸ ਕਰਨ ਵਾਲੇ ਇਹ ਜਦੋਂ ਵਸਤੂਆਂ ਮਿਲਦੀਆਂ ਬੜੀਆਂ ਖੁਸ਼ ਹੋ ਜਾਂਦੇ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਕਵੀ ਨੇ ਕਵਿਤਾ ਸੁਣਾਈ। ਮਹਾਰਾਜ ਜੀਆਂ ਨੂੰ ਸਤਿਗੁਰੂ ਬੜੇ ਖੁਸ਼ ਹੋਏ। ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਇਸ ਕਵੀ ਨੂੰ ਹਾਥੀ ਦਾਨ ਕਰ ਦਿਓ। ਤੇ ਮਹਾਰਾਜ ਉਸ ਕਵੀ ਨੂੰ ਕਹਿਣ ਲੱਗੇ ਜਦੋਂ ਸਾਡੇ ਦਰਬਾਰ ਵਿੱਚ ਆਉਣਾ ਹਾਥੀ ਤੇ ਬਹਿ ਕੇ ਆਇਆ ਕਰ ਤੇ ਇੱਥੇ ਕਵਿਤਾ ਸੁਣਾ ਕੇ ਫਿਰ ਹਾਥੀ ਤੇ ਬਹਿ ਕੇ ਜਾਇਆ ਕਰ। ਤੂੰ ਗੁਰੂ ਘਰ ਦਾ ਇਹ ਕਵਿਤਾ ਸੁਣਾਉਣ ਵਾਲਾ ਹੈ। ਤੇ ਇਹ ਕਵੀ ਨੂੰ ਮਹਾਰਾਜ ਜੀਆਂ ਨੇ ਹਾਥੀ ਦਾਨ ਕਰ ਦਿੱਤਾ। ਜਦੋਂ ਹਾਥੀ ਦਾਨ ਕੀਤਾ ਤੇ ਉਹ ਹਾਥੀ ਲੈ ਤੇ ਲਿਆ ਪਰ ਵਿਚਾਰਾ ਉਦਾਸ ਹੋ ਕੇ ਪਿੱਛੇ ਜਾ ਬੈਠ ਗਿਆ। ਮਹਾਰਾਜ ਨੇ ਵੇਖਿਆ ਵੀ ਇਹਨੂੰ ਹਾਥੀ ਦਿੱਤਾ, ਇਹਨੂੰ ਤੇ ਖੁਸ਼ ਹੋਣਾ ਚਾਹੀਦਾ ਵੀ ਹਾਥੀ ਮਿਲਿਆ, ਐਡਾ ਵੱਡਾ ਜਾਨਵਰ ਦਾਤ ਮਿਲੀ ਹੈ। ਹਾਥੀ ਤੇ ਰਾਜਿਆਂ ਮਹਾਰਾਜਿਆਂ ਕੋਲ ਹੁੰਦੇ ਤੇ ਅਸੀਂ ਆਪਣੇ ਕਵਿਤਾ ਪੜ੍ਹਨ ਵਾਲੇ ਨੂੰ ਹਾਥੀ ਦੇ ਦਿੱਤਾ, ਕਵੀ ਨੂੰ ਹਾਥੀ ਦਿੱਤਾ, ਇਹਨੂੰ ਖੁਸ਼ ਹੋਣਾ ਚਾਹੀਦਾ। ਪਰ ਇਹ ਖੁਸ਼ ਨਹੀਂ ਹੈ, ਬੜਾ ਉਦਾਸ ਲੱਗਦਾ ਪਿਆ। ਮਹਾਰਾਜ ਨੇ ਬੁਲਾਇਆ, ਪੁੱਛਿਆ, ਕਹਿਣ ਲੱਗੇ ਵੀ ਤੈਨੂੰ ਹਾਥੀ ਦਿੱਤਾ ਤੂੰ ਉਦਾਸ ਕਿਉਂ, ਖੁਸ਼ ਕਿਉਂ ਨਹੀਂ ਹੁੰਦਾ ਪਿਆ। ਕਹਿਣ ਲੱਗਾ ਮਹਾਰਾਜ ਖੁਸ਼ੀ ਮੈਂ ਕਾਹਦੀ ਵਿਖਾਵਾਂ, ਜਿੰਨਾ ਰਾਸ਼ਨ ਮੈਂ 6 ਮਹੀਨਿਆਂ 'ਚ ਖਾਣਾ ਹਾਥੀ ਨਹੀਂ ਤੇ ਘੰਟੇ 'ਚ ਖਾ ਲੈਣਾ। ਮੈਨੂੰ ਫਿਕਰ ਪੈ ਗਿਆ ਵੀ ਮੈਂ ਆਪਣਾ ਗੁਜ਼ਾਰਾ ਕਿਵੇਂ ਕਰਾਂਗਾ ਤੇ ਹਾਥੀ ਦਾ ਕਿਵੇਂ ਕਰਾਵਾਂਗਾ। ਐਡੇ ਵੱਡੇ ਹਾਥੀ ਦਾ ਮੈਂ ਕੀ ਕਰਨਾ ਜੋ ਆਪ ਜੀ ਨੇ ਦੇ ਦਿੱਤਾ। ਹੁਣ ਫਿਕਰ ਇਹ ਆ ਵੀ ਇਹਦੀ ਪਾਲਣਾ ਮੈਂ ਕਰਾਂ ਕਿ ਇਹ ਮੇਰੀ ਪਾਲਣਾ ਕਰੇ। ਇਸ ਗੱਲ ਨੂੰ ਮੈਂ ਸੋਚਦਾ ਪਿਆ, ਮੇਰਾ ਤੇ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ। ਮਹਾਰਾਜ ਸਾਹਿਬ ਜੀਆਂ ਨੇ ਸੁਣੇ ਬਚਨ, ਕਹਿਣ ਲੱਗੇ ਚਾਦਰ ਵਿਛਾ। ਚਾਦਰ ਵਿਛਾਈ ਤੇ ਮਹਾਰਾਜ ਨੇ ਭਰ ਕੇ ਢਾਲ ਉਸ ਵੇਲੇ ਸੋਨੇ ਦੀਆਂ ਮੋਹਰਾਂ ਦੀ ਚਾਦਰ ਵਿੱਚ ਪਾ ਦਿੱਤੀ ਤੇ ਨਾਲ ਹੀ ਕਹਿਣ ਲੱਗੇ, ਕਹਿੰਦੇ ਲੈ ਜਿੰਨੀ ਮਰਜ਼ੀ ਇਹ ਮਾਇਆ ਖਰਚ ਕੇ ਹਾਥੀ ਨੂੰ ਖਿਲਾਈ ਚੱਲ ਤੇ ਭਾਵੇਂ ਆਪ ਖਾਈ ਚੱਲ, ਇਹ ਧਨ ਤੇਰੇ ਕੋਲੋਂ ਮੁੱਕੇਗਾ ਨਹੀਂ। ਐਸੀਆਂ ਦਾਤਾਂ ਜੇ ਹਾਥੀ ਦਿੰਦੇ ਤੇ ਹਾਥੀ ਨੂੰ ਪਾਲਣ ਦੀ ਸਮਰੱਥਾ ਵੀ ਦਿੰਦੇ ਮਹਾਰਾਜ। ਐਸਾ ਰਿਜ਼ਕ ਬਖਸ਼ਿਸ਼ ਕਰਦੇ, ਐਸੀ ਦਾਤ ਬਖਸ਼ਿਸ਼ ਕਰਦੇ, ਐਸੀਆਂ ਵਡਿਆਈਆਂ। ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ। ਇਹ ਗੁਰਬਾਣੀ ਦਾ ਬਚਨ ਹੈ। ਸਤਿਗੁਰੂ ਜੇ ਨੀਵਿਆਂ ਨੂੰ ਉੱਚੇ ਕਰਦੇ ਤੇ ਵਾਕਿਆ ਹੀ ਉੱਚੇ ਕਰ ਦਿੰਦੇ, ਇੰਨਾ ਉੱਚਾ ਕਰ ਦਿੰਦੇ ਕਿ ਉਹ ਜਿਹੜੇ ਕਵਿਤਾ ਗਾਉਣ ਵਾਲੇ ਉਹਨਾਂ ਨੂੰ ਹਾਥੀਆਂ ਦੀਆਂ ਸਵਾਰੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਜਿਹੜਾ ਉਹਨਾਂ ਸਮਿਆਂ ਦੇ ਵਿੱਚ ਹਾਥੀ ਦੇ ਉੱਪਰ ਰਾਜੇ ਮਹਾਰਾਜ ਆਉਂਦੇ ਸਨ, ਪਰ ਮਹਾਰਾਜ ਨੇ ਆਪਣੇ ਕਵੀਆਂ ਨੂੰ ਹਾਥੀਆਂ ਤੇ ਚਾੜ੍ਹ ਛੱਡਿਆ ਅਤੇ ਹਾਥੀਆਂ ਨੂੰ ਖਿਲਾਉਣ ਵਾਸਤੇ ਬੇਅੰਤ ਮਾਇਆ ਮਹਾਰਾਜ ਨੇ ਭੇਟ ਕਰ ਛੱਡੀ ਹੈ। ਇੱਥੇ ਅੱਜ ਦਸਵੇਂ ਪਾਤਸ਼ਾਹ ਨੂੰ ਦਸਤਾਰਬੰਦੀ ਹੋਈ ਹੈ। ਰਾਗੀ ਸਿੰਘਾਂ ਨੂੰ ਦਾਨ ਮਿਲਿਆ, ਢਾਡੀ ਸਿੰਘਾਂ ਨੂੰ ਦਾਨ ਮਿਲਿਆ, ਜਿਹੜੇ ਭੱਟ ਨੇ ਗਾਉਣ ਵਾਲੇ ਉਹਨਾਂ ਨੂੰ ਦਾਨ ਮਿਲਿਆ, ਕਵਿਤਾ ਪੜ੍ਹ ਕੇ ਸੁਣਾਉਣ ਵਾਲੇ ਜਿਹੜੇ ਕਵੀ ਨੇ ਉਹਨਾਂ ਨੂੰ ਦਾਨ ਮਿਲਿਆ, ਬ੍ਰਾਹਮਣ ਆ ਗਏ ਉਹਨਾਂ ਨੂੰ ਵੀ ਬੇਅੰਤ ਮਹਾਰਾਜ ਨੇ ਮਾਇਆ ਦਾ ਦਾਨ ਦਿੱਤਾ ਹੈ। ਘਾਟ ਘਾਟ ਮਾਲਕ ਦੇਤੇ ਦਾਨ। ਸਤਿਗੁਰੂ ਪਾਤਸ਼ਾਹ ਜੀ ਘਟਾਂ ਘਟਾਂ ਦੇ ਮਾਲਕ ਨੇ ਤੇ ਬੇਅੰਤ ਦਾਨ ਮਹਾਰਾਜ ਜੀ ਜਿਹੜੇ ਗੁਰੂ ਘਰ ਦੇ ਆਸਰੇ ਰਹਿਣ ਵਾਲੇ ਨੇ ਉਹਨਾਂ ਨੂੰ ਦੇਣ ਵਾਲੇ ਹਨ। ਲੈ ਤੁਮ ਤੇ ਸਭ ਖਾਏ ਜਹਾਨ। ਸੰਗਤਾਂ ਬੇਨਤੀ ਕਰਦੀਆਂ ਮਹਾਰਾਜ ਅਸੀਂ ਕੀ ਸਾਰੀ ਦੁਨੀਆ ਤੁਹਾਡੇ ਤੋਂ ਲੈ ਕੇ ਖਾਂਦੀ ਹੈ। ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ। ਮਹਾਰਾਜ ਤੁਸੀਂ ਤੇ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਡੇ ਹੋ, ਸਾਰੀ ਸ੍ਰਿਸ਼ਟੀ ਨੂੰ ਤੁਸੀਂ ਪਾਲਦੇ ਪਏ ਹੋ। ਸਭ ਤੁਧ ਹੈ ਪਾਸੋਂ ਮੰਗਦੇ ਨਿਤ ਕਰ ਅਰਦਾਸ। ਸਾਰੀ ਕਾਇਨਾਤ ਪ੍ਰਮਾਤਮਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀਆਂ ਦੇ ਕੋਲੋਂ ਹੱਥ ਜੋੜ ਜੋੜ ਕੇ ਦਾਤਾਂ ਮੰਗਦੀ ਹੈ। ਸਾਧਨ ਕੇ ਜਮਾਤ ਆਏ। ਇੰਨੇ ਚਿਰ ਨੂੰ ਇੱਕ ਸਾਧੂਆਂ ਦੀ ਜਮਾਤ ਆ ਗਈ ਹੈ। ਇਹ ਸਾਧੂ ਉਹ ਨੇ ਜਿਨ੍ਹਾਂ ਨੂੰ ਉਦਾਸੀ ਸਾਧੂ ਕਿਹਾ ਜਾਂਦਾ। ਜੰਗਲਾਂ ਵਿੱਚ ਰਹਿਣ ਵਾਲੇ ਜਿਹੜੇ ਉਦਾਸੀ ਸਾਧੂ ਨੇ ਨਾ, ਜਦੋਂ ਮਹਾਰਾਜ ਜੀ ਇਸ ਤਰ੍ਹਾਂ ਦਾਨ ਦਿੰਦੇ ਪਏ ਇੰਨੇ ਚਿਰ ਨੂੰ ਉਦਾਸੀ ਸਾਧੂਆਂ ਦਾ ਇੱਕ ਜਥਾ ਆ ਗਿਆ ਮਹਾਰਾਜ ਦੇ ਕੋਲ। ਉਹ ਵੀ ਸਤਿਗੁਰਾਂ ਦੇ ਕੋਲ ਪਹੁੰਚੇ ਹਨ। ਰਣ ਸਿੰਘੇ ਤੁਰਰੀਸ ਵਜਾਈ। ਇਹਨਾਂ ਦੇ ਹੱਥ ਵਿੱਚ ਨਰ ਸਿੰਘੇ ਫੜੇ ਹੋਏ ਸਨ। ਨਰ ਸਿੰਘਾ ਇੱਕ ਸਾਜ਼ ਹੈ,
ਤੇ ਉਹ ਹੱਥ ਦੇ ਨਾਲ ਗੱਜ ਫੇਰ ਕੇ ਵਜਾਇਆ ਜਾਂਦਾ ਹੈ। ਕਹਿਣ ਲੱਗੇ ਨਰਸਿੰਘੇ ਵਜਾਉਂਦੇ ਪਏ, ਇਸ ਤਰ੍ਹਾਂ ਦੇ ਸਾਧੂ ਇਕੱਠੇ ਹੋ ਕੇ ਆਏ ਹਨ। ਪਰ ਪਰ ਫੂਕੈ ਸ਼ੰਖ ਇਹਨਾਂ ਨੇ ਵਜਾਏ। ਹੱਥ ਵਿੱਚ ਗੁਰਮੁਖੋ ਸ਼ੰਖ ਫੜੇ ਹੋਏ ਤੇ ਸ਼ੰਖ ਦੇ ਵਿੱਚ ਫੂਕ ਮਾਰਨੀ ਪੈਂਦੀ ਹੈ ਬੜੇ ਜ਼ੋਰ ਦੇ ਨਾਲ, ਤੇ ਫਿਰ ਉਹ ਸ਼ੰਖ ਵੱਜਦਾ ਹੈ। ਇਹ ਉਦਾਸੀ ਸਾਧੂ ਆਏ ਮਹਾਰਾਜ ਦੇ ਦਰ ਤੇ, ਨਾਲੇ ਤੇ ਨਰਸਿੰਘੇ ਵਜਾਉਂਦੇ ਪਏ, ਨਾਲੇ ਇਸੇ ਤਰ੍ਹਾਂ ਸੋ ਸ਼ੰਖ ਵਜਾ ਵਜਾ ਕੇ ਇਹਨਾਂ ਨੇ ਸਿਫਤ ਕੀਤੀ ਹੈ। ਪਿੱਖ ਪਿੱਖ ਗੁਰਮੂਰਤ ਹਰ ਖਾਏ। ਸਤਿਗੁਰਾਂ ਦਾ ਸੁੰਦਰ ਸਰੂਪ ਵੇਖ ਵੇਖ ਕੇ ਸਾਧੂ ਬੜੇ ਖੁਸ਼ ਹੋਏ ਹਨ। ਉਤਸਵ ਭਇਓ ਸਭਨ ਮੈਂ ਭਾਰੀ। ਸਾਰਿਆਂ ਦੇ ਵਿੱਚ ਬਹੁਤ ਜ਼ਿਆਦੀ ਉਸ ਵੇਲੇ ਖੁਸ਼ੀ ਹੋਈ ਹੈ। ਔਰ ਆਨੰਦ ਹਰਖਤ ਨਰ ਨਾਰੀ। ਅਨੰਦਪੁਰ ਸਾਹਿਬ ਦੇ ਵਿੱਚ ਭਾਈ ਹਰੇਕ ਹੀ ਅੱਜ ਖੁਸ਼ ਹੈ, ਭਾਵੇਂ ਇਸਤਰੀ ਹੈ, ਭਾਵੇਂ ਕੋਈ ਸਿੱਖ ਮਰਦ ਹੈ, ਸਾਰੇ ਬੜੇ ਪ੍ਰਸੰਨ ਹਨ। ਕਲਗੀ ਰਹੀ ਵਿਰਾਜ ਉਤੰਗਾ। ਸਤਿਗੁਰਾਂ ਦੇ ਸੀਸ ਦੇ ਉੱਪਰ ਬੜੀ ਸੋਹਣੀ ਕਲਗੀ ਸ਼ੋਭਾ ਪਾ ਰਹੀ ਹੈ। ਦਮਕਤ ਮੁਕਤਾ ਹੀਰਨ ਸੰਗਾ। ਇਸ ਕਲਗੀ ਦੇ ਉੱਪਰ ਬੜੇ ਸੋਹਣੇ ਮੋਤੀ ਲੱਗੇ ਜਿਹੜੇ ਚਮਕਦੇ ਪਏ ਹਨ। ਚਮਰ ਢੁਰਤ ਸੁਠ ਬਾਰੋਂ ਸਤਿਗੁਰਾਂ ਦੇ ਸੀਸ ਦੇ ਉੱਪਰ ਬੜਾ ਸੋਹਣਾ ਚਿੱਟੇ ਰੰਗ ਦਾ ਉਜਲ ਚੌਰ ਸੀਸ ਦੇ ਉੱਪਰ ਹੁੰਦਾ, ਜਿਵੇਂ ਹੰਸ ਹੁੰਦਾ ਨਾ ਚਿੱਟੇ ਰੰਗ ਦਾ, ਇਸ ਤਰ੍ਹਾਂ ਦਾ ਚਿੱਟਾ ਉਜਲ ਜਿਹੜਾ ਹੈ ਇਹ ਚੌਰ ਮਹਾਰਾਜ ਦੇ ਸੀਸ ਤੇ ਹੋ ਰਿਹਾ ਹੈ। ਉਜਲ ਹੰਸ ਮਨਿੰਦ ਉਦਾਰਾ। ਜਿਵੇਂ ਉਜਲ ਚਿੱਟਾ ਹੰਸ ਹੈ, ਇਸੇ ਤਰ੍ਹਾਂ ਦਾ ਸੋਹਣਾ ਚੌਰ ਮਹਾਰਾਜ ਦੇ ਸੀਸ ਤੇ ਸ਼ੋਭਾ ਦਰਸੈ ਸ਼ੋਭਾ ਖਰ ਕਿਤੇਕ। ਜਿਹੜਾ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਾ ਨਾ, ਉਹ ਖੜਾ ਹੀ ਕਿੰਨਾ ਸਮਾਂ ਦਰਸ਼ਨ ਕਰਦਾ ਹੈ। ਬੈਠ ਬਿਲੋਕਤ ਸਿੱਖ ਅਨੇਕ। ਕੁਝ ਖਲੋ ਕੇ, ਜਿਨ੍ਹਾਂ ਨੂੰ ਖੜਨ ਦੀ ਜਗ੍ਹਾ ਮਿਲੀ ਖਲੋ ਖਲੋ ਕੇ ਦਰਸ਼ਨ ਕਰਦੇ, ਜਿਨ੍ਹਾਂ ਨੂੰ ਬੈਠਣ ਦੀ ਜਗ੍ਹਾ ਮਿਲੀ ਉਹ ਬੈਠ ਬੈਠ ਕੇ ਕਰਦੇ ਹਨ। ਸਭ ਕੇ ਦ੍ਰਿਗ ਇੱਕ ਟਕ ਲਗ ਐਸੇ। ਸਾਰਿਆਂ ਦੇ ਨੇਤਰ ਇੱਕ ਟਕ ਮਹਾਰਾਜ ਦੇ ਵੱਲ ਲੱਗੇ ਹੋਏ। ਅੱਖ ਝਪਕਣ ਦਾ ਵੀ ਸਮਾਂ ਨਹੀਂ ਹੈ ਵੀ ਅੱਖ ਵੀ ਝਪਕ ਲਈਏ, ਪਲਕਾਂ ਬੰਦ ਕਰਕੇ ਖੋਲ ਲਈਏ, ਇੰਨਾ ਸਮਾਂ ਵੀ ਸੰਗਤਾਂ ਗਵਾਉਣਾ ਨਹੀਂ ਚਾਹੁੰਦੀਆਂ ਹਨ। ਗਨ ਚਕੋਰ ਸਸ ਕੇ ਦਿਸ਼ ਕਹਿਣ ਲੱਗੇ ਜੈਸੇ। ਜਿਸ ਤਰ੍ਹਾਂ ਚਕੋਰ ਜਿਹੜੀ ਹੈ ਚੰਦਰਮਾ ਦੇ ਵੱਲ ਵੇਖਦੀ ਹੈ, ਇਹ ਇੱਕ ਉਦਾਹਰਨ ਤਾਂ ਦਿੱਤੀ ਜਾਂਦੀ ਹੈ ਚੰਦਰਮਾ ਤੇ ਚਕੋਰ ਦੀ, ਕਿਉਂਕਿ ਚਕੋਰ ਜਦੋਂ ਚੰਦਰਮਾ ਨੂੰ ਵੇਖ ਲੈਂਦੀ ਹੈ ਆਪਣੀਆਂ ਅੱਖਾਂ ਨਹੀਂ ਝਪਕਦੀ, ਬਿਲਕੁਲ ਅੱਖਾਂ ਖੋਲ ਕੇ ਰੱਖਦੀ ਹੈ, ਲਗਾਤਾਰ ਚੰਦਰਮਾ ਦੇ ਵੱਲ ਤੱਕਦੀ ਰਹਿੰਦੀ ਹੈ। ਜਿਵੇਂ ਜਿਵੇਂ ਚੰਦਰਮਾ ਉੱਪਰ ਨੂੰ ਆਈ ਜਾਂਦਾ ਹੈ, ਜਿਹੜੀ ਇਹ ਚਕੋਰ ਹੈ ਉੱਥੇ ਖੜੀ ਰਹਿੰਦੀ ਹੈ, ਆਪਣਾ ਪਾਸਾ ਵੀ ਨਹੀਂ ਬਦਲਦੀ, ਘੁੰਮਦੀ ਨਹੀਂ ਹੈ, ਕੇਵਲ ਆਪਣੀ ਧੌਣ ਨੂੰ ਉੱਪਰ ਨੂੰ ਚੱਕਦੀ ਰਹਿੰਦੀ ਹੈ। ਧੌਣ ਚੱਕਦਿਆਂ ਬਿਲਕੁਲ ਜਦੋਂ ਧੌਣ ਮੁੜ ਜਾਂਦੀ ਹੈ ਨਾ, ਤੇ ਫਿਰ ਇਹ ਚਕੋਰ ਵਿਚਾਰੀ ਡਿੱਗ ਪੈਂਦੀ ਹੈ। ਉਹਨਾਂ ਚਿਰ ਜਿੰਨਾ ਚਿਰ ਡਿੱਗ ਨਹੀਂ ਨਾ ਪੈਂਦੀ, ਨਾ ਆਪ ਉੱਥੋਂ ਹਿਲਦੀ ਹੈ ਕਿਸੇ ਬੰਨੇ ਤੇ ਨਾ ਅੱਖਾਂ ਝਪਕਦੀ ਹੈ। ਅੱਖਾਂ ਖੋਲ ਕੇ ਲਗਾਤਾਰ ਚੰਦਰਮਾ ਨੂੰ ਦੇਖਦੀ ਰਹਿੰਦੀ ਹੈ। ਜਦੋਂ ਬਿਲਕੁਲ ਗਰਦਨ ਮੁੜ ਜਾਂਦੀ ਫਿਰ ਇਹ ਡਿੱਗ ਪੈਂਦੀ ਵਿਚਾਰੀ ਉਸ ਵੇਲੇ। ਇੰਨਾ ਪ੍ਰੇਮ ਕਰਦੀ ਹੈ ਚਕੋਰ ਚੰਦ ਦੇ ਨਾਲ। ਤਾਂ ਹੀ ਸਭ ਤੋਂ ਵੱਡੀ ਜਦੋਂ ਪ੍ਰੇਮ ਦੀ ਉਦਾਹਰਨ ਦਿੱਤੀ ਜਾਂਦੀ ਹੈ ਨਾ, ਉਦੋਂ ਚਕੋਰ ਤੇ ਚੰਦਰਮਾ ਦੀ ਤਾਂ ਉਦਾਹਰਨ ਦਿੰਦੇ ਨੇ। ਚਕੋਰ ਇੰਨਾ ਪਿਆਰ ਕਰਦੀ ਹੈ, ਅੱਖਾਂ ਵੀ ਝਪਕਦੀ ਨਹੀਂ ਜਿੰਨਾ ਚਿਰ ਚੰਦਰਮਾ ਉਸ ਨੂੰ ਦਿਸਦਾ ਰਹਿੰਦਾ ਹੈ। ਤੇ ਜਦੋਂ ਡਿੱਗ ਪੈਂਦਾ ਨਾ, ਸਾਰੀ ਰਾਤ ਵੇਖਦਿਆਂ ਅੰਮ੍ਰਿਤ ਵੇਲੇ ਚੰਦਰਮਾ ਦੂਜੇ ਪਾਸੇ ਆ ਜਾਂਦਾ ਤੇ ਉਸ ਵੇਲੇ ਗਰਦਨ ਇਹਦੀ ਮੁੜ ਜਾਂਦੀ, ਫਿਰ ਥੱਲੇ ਡਿੱਗ ਪੈਂਦੀ। ਜਿਸ ਤਰ੍ਹਾਂ ਮੰਨ ਲਓ ਵੀ ਕਿਸੇ ਨੂੰ ਗਸ਼ ਪੈ ਜਾਵੇ, ਇਸ ਤਰ੍ਹਾਂ ਦੀ ਹਾਲਤ ਇਹਦੀ ਬਣ ਜਾਂਦੀ, ਫਿਰ ਡਿੱਗ ਪੈਂਦੀ ਹੈ ਬੇਸੁਰਤ ਹੋ ਕੇ। ਸੋ ਇੱਥੇ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜਿਵੇਂ ਭਾਈ ਚਕੋਰ ਚੰਦਰਮਾ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦੀ, ਅੱਖਾਂ ਨਹੀਂ ਝਪਕਦੀ ਹੈ, ਅੱਜ ਮਹਾਰਾਜ ਦੀਆਂ ਸੰਗਤਾਂ ਜਿਹੜੀਆਂ ਨੇ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ, ਅੱਖਾਂ ਨੂੰ ਝਪਕਣ ਦਾ ਵੀ ਸਮਾਂ ਕੋਲ ਨਹੀਂ ਹੈ। ਸਾਰੀਆਂ ਸੰਗਤਾਂ ਐਸੇ ਦਿਦਾਰੇ ਕਰਦੀਆਂ। ਮਨ ਬਾਰ ਬਸ ਹੀ ਸਰਬ ਚੁਰਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਰਿਆਂ ਦੇ ਮਨ ਚੁਰਾ ਰਹੇ ਨੇ, ਸਾਰਿਆਂ ਦੇ ਮਨ ਮੋਹਤ ਹੀ ਹੋ ਗਿਆ। ਮਹਾਰਾਜ ਸਾਹਿਬ ਜੀਆਂ ਦਾ ਐਸਾ ਸੁੰਦਰ ਸਰੂਪ ਹੈ। ਜਨ ਸੂਰਜ ਮੁਖ ਕਮਲ ਖਿਰਾਏ। ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਜੀਆਂ ਦਾ ਮੁਖ ਸੂਰਜ ਵਰਗਾ, ਸੰਗਤਾਂ ਦੇ ਨੇਤਰ ਕਮਲ ਵਰਗੇ ਖਿੜੇ ਹੋਏ ਹਨ। ਇੱਕ ਜਾਮ ਲੋਥਰ ਤੈ ਇੱਕ ਪੈਰ 3 ਘੰਟੇ ਮਹਾਰਾਜ ਦੀਵਾਨ ਵਿੱਚ ਬੈਠੇ ਰਹੇ, ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। 3 ਘੰਟੇ ਸੰਗਤਾਂ ਦੀ ਲਾਈਨ ਲੱਗੀ ਰਹੀ ਦਰਸ਼ਨ ਕਰਨ ਵਾਸਤੇ। ਕੋਈ ਭੇਟਾ ਲੈ ਕੇ ਆਇਆ, ਕੋਈ ਭੇਟਾ ਲੈ ਕੇ ਆਇਆ। ਇਸ ਤਰ੍ਹਾਂ 3 ਘੰਟੇ ਮਹਾਰਾਜ ਬੈਠੇ ਹਨ। ਸਭਨ ਮਨੋਰਥ ਪੂਰਨ ਕਏ। ਸਾਰੇ ਜਿੰਨੇ ਆਏ ਨਾ ਅੱਜ ਦਰਬਾਰ ਦੇ ਵਿੱਚ, ਜਿਹੜਾ ਵੀ ਕੋਈ ਮਨੋਰਥ ਲੈ ਕੇ ਆਇਆ, ਕਿਸੇ ਨੇ ਦੱਸਿਆ ਵੀ ਮਹਾਰਾਜ ਮੈਨੂੰ ਇਹ ਵਸਤੂ ਚਾਹੀਦੀ ਹੈ, ਕਿਸੇ ਨੇ ਨਹੀਂ ਦੱਸਿਆ, ਚੁੱਪ ਕਰਕੇ ਹੀ ਆ ਗਿਆ, ਮੱਥਾ ਟੇਕਿਆ। ਭਾਵੇਂ ਦੱਸਿਆ ਤੇ ਭਾਵੇਂ ਨਹੀਂ ਦੱਸਿਆ, ਮਹਾਰਾਜ ਨੇ ਸਾਰਿਆਂ ਦੇ ਮਨੋਰਥ ਹੀ ਪੂਰੇ ਕਰ ਦਿੱਤੇ। ਜੋ ਕੋਈ ਮਨ ਵਿੱਚ ਫੁਰਨਾ ਲੈ ਕੇ ਆਇਆ, ਸਾਰਿਆਂ ਦੇ ਫੁਰਨੇ ਅੱਜ ਮਹਾਰਾਜ ਦੇ ਦਰਬਾਰ ਵਿੱਚੋਂ ਪੂਰੇ ਹੋਏ ਹਨ। ਜਥਾ ਜੋਗ ਜੋ ਬੇਦੀ ਆਦ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਥਾ ਜੋਗ ਬੇਦੀ ਜਾਂ ਜਿਹੜੇ ਹੋਰ ਲੋਕ ਆਏ ਹਨ, ਸਨਮਾਨੇ ਦੀਨੋ ਅਹਲਾਦ। ਤੇ ਸਤਿਗੁਰਾਂ ਨੇ ਸਾਰਿਆਂ ਦਾ ਸਨਮਾਨ ਵੀ ਕੀਤਾ ਹੈ।
ਜੇ ਮੰਨ ਲਓ ਬੇਦੀ ਆਏ, ਬੇਦੀਆਂ ਦੀ ਕੁੱਲ ਆਈ ਨਾ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਵਾਸਤੇ ਭੇਟਾ ਲੈ ਕੇ, ਤੇ ਸਤਿਗੁਰਾਂ ਨੇ ਵੀ ਅੱਗੋਂ ਬਖਸ਼ਿਸ਼ਾਂ ਕਰਕੇ ਸਰੋਪੇ ਦੇ ਕੇ ਸਨਮਾਨ ਦੇ ਕੇ ਨਵਾਜਿਆ। ਜੇ ਗੁਰੂ ਅੰਗਦ ਸਾਹਿਬ ਦੀ ਕੁੱਲ ਤ੍ਰੇਹਣ ਆਈ ਹੈ, ਉਹਨਾਂ ਨੂੰ ਵੀ ਮਹਾਰਾਜ ਨੇ ਅੱਗੋਂ ਨਵਾਜਿਆ ਬਖਸ਼ਿਸ਼ਾਂ ਕਰਕੇ। ਜੇ ਗੁਰੂ ਅਮਰਦਾਸ ਪਾਤਸ਼ਾਹ ਦੇ ਖਾਨਦਾਨ ਵਿੱਚੋਂ ਆਏ, ਉਹਨਾਂ ਨੂੰ ਵੀ ਬਖਸ਼ਿਸ਼ਾਂ ਕਰ ਕਰਕੇ ਸਾਰਿਆਂ ਦਾ ਮਾਣ ਸਨਮਾਨ ਕਰਕੇ ਵਸਤੂਆਂ ਦੇ ਕੇ ਮਹਾਰਾਜ ਨੇ ਤੋਰਿਆ ਹੈ। ਸੰਤ ਮਹੰਤ ਮਸੰਦ ਜੇ ਬ੍ਰਿੰਦ, ਜਿਹੜੇ ਸੰਤ ਆਏ ਸਨ, ਸੰਤਾਂ ਦੀ ਵੀ ਵਡਿਆਈ ਮਹਾਰਾਜ ਨੇ ਪੂਰੀ ਰੱਖੀ, ਮਾਨ ਰੱਖਿਆ। ਜਿਹੜੇ ਮਹੰਤ ਆਏ, ਵੱਖ-ਵੱਖ ਡੇਰਿਆਂ ਦੇ ਜਿਹੜੇ ਮੁਖੀ ਸਨ, ਉਹਨਾਂ ਨੂੰ ਵੀ ਮਹਾਰਾਜ ਨੇ ਸਨਮਾਨ ਬਖਸ਼ਿਸ਼ ਕੀਤਾ। ਜਿਹੜੇ ਮਸੰਦ ਆਏ ਨੇ, ਉਹਨਾਂ ਨੂੰ ਵੀ ਵਡਿਆਈ ਦਿੱਤੀ ਹੈ। ਦੀਨ ਆਨੰਦ ਬਿਲੰਦ ਮੁਕੰਦ, ਮੁਕਤੀ ਦਾਤੇ ਮਹਾਰਾਜ ਸਾਹਿਬ ਜੀਆਂ ਨੇ ਬੇਅੰਤ ਸਾਰਿਆਂ ਨੂੰ ਆਨੰਦ ਬਖਸ਼ਿਸ਼ ਕੀਤਾ ਹੈ। ਸਭ ਦਿਸ਼ ਦੇਖਤ ਉਠੇ ਗੁਸਾਈ, ਸਾਰਿਆਂ ਵੱਲ ਮਹਾਰਾਜ ਨੇ ਤੱਕਿਆ, ਤੇ ਅੱਜ ਮਹਾਰਾਜ ਹੁਣ ਦੀਵਾਨ ਵਿੱਚੋਂ ਉੱਠ ਕੇ ਉਸ ਵੇਲੇ ਖੜੇ ਹੋਏ ਹਨ। ਕਰ ਧਰ ਧਨ ਸਰਦੁੱਤ ਬਹੁ ਤੇ ਪਾਈ, ਸਤਿਗੁਰੂ ਪਾਤਸ਼ਾਹ ਜਦੋਂ ਉੱਠੇ, ਹੱਥ ਵਿੱਚ ਤੀਰ ਕਮਾਨ ਮਹਾਰਾਜ ਨੇ ਫੜਿਆ ਹੋਇਆ, ਤੇ ਬਹੁਤੀ ਸ਼ੋਭਾ ਮਹਾਰਾਜ ਦੀ ਹੋ ਰਹੀ ਹੈ। ਸਾਥ ਕਿਰਪਾ ਲੈ ਚਲੇ ਤੇ ਆਏ, ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮਾਮਾ ਜੀ ਕਿਰਪਾਲ ਚੰਦ ਨੂੰ ਨਾਲ ਲੈ ਕੇ ਚੱਲ ਪਏ ਹਨ। ਜਿਤ ਕਿਤ ਸਿੱਖ ਸੰਗਤ ਸਮੁਦਾਇ, ਜਿੱਧਰ ਕਿੱਧਰ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਗਰੀਬ ਜ਼ਾਰਨ ਖਰੇ ਨਿਹਾਲ, ਬਾਜ਼ਾਰਾਂ ਵਿੱਚ ਗਲੀਆਂ ਵਿੱਚ ਸੰਗਤਾਂ ਖਲੋਤੀਆਂ ਹੋਈਆਂ ਮਹਾਰਾਜ ਦੇ ਦਿਦਾਰੇ ਕਰਦੀਆਂ ਨੇ। ਬੰਦ ਬੰਦ ਕਰ ਬੰਧਨ ਧਾਰੈ, ਸਤਿਗੁਰਾਂ ਨੂੰ ਹੱਥ ਜੋੜ ਜੋੜ ਕਰਕੇ ਸੰਗਤਾਂ ਨਮਸਕਾਰ ਕਰਦੀਆਂ। ਮੰਦ ਮੰਦ ਗਮਨੇ ਨਿਜ ਪੌਰ, ਸਤਿਗੁਰੂ ਜੀ ਹੌਲੀ ਹੌਲੀ ਦੀਵਾਨ ਦੇ ਵਿੱਚੋਂ ਉੱਠ ਕੇ ਆਪਣੇ ਘਰ ਨੂੰ ਤੁਰੇ ਜਾਂਦੇ ਪਹੁੰਚਤ ਹਨ। ਭੇ ਸੋਢੀ ਸਿਰਮੌਰ, ਸੋਢੀਆਂ ਦੀ ਕੁੱਲ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸਨ, ਤੇ ਉਦੋਂ ਬਾਅਦ ਵਿੱਚ ਜਿੰਨੇ ਗੁਰੂ ਸਾਹਿਬਾਨ ਹੋਏ ਸਾਰੇ ਸੋਢੀ ਕੁੱਲ ਵਿੱਚੋਂ, ਸੋਢ ਕੁੱਲ ਵਿੱਚੋਂ ਹੋਏ ਨੇ। 10ਵੇਂ ਪਾਤਸ਼ਾਹ ਮਹਾਰਾਜ ਵੀ ਸੋਢੀ ਨੇ। ਸੋਢੀਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ ਪਾਤਸ਼ਾਹ ਹੌਲੀ ਹੌਲੀ ਚੱਲ ਕੇ ਆਪਣੇ ਘਰ ਪਹੁੰਚੇ ਹਨ। ਉਤਰ ਤੁਰੰਗ ਤੇ ਅੰਤਰ ਗਏ, ਆਪਣੇ ਘਰ ਦੇ ਦਰਵਾਜ਼ੇ ਤੇ ਬਾਹਰ ਮਹਾਰਾਜ ਘੋੜੇ ਤੋਂ ਥੱਲੇ ਉਤਰੇ ਹਨ। ਜੁਗ ਮਾਤਨ ਕੋ ਦੇਖਤ ਭਏ, ਉਵੇਂ ਮਾਵਾਂ ਮਹਾਰਾਜ ਜੀ ਦੀਆਂ ਦਾਦੀ ਮਾਂ ਤੇ ਜਨਮ ਦੇਣ ਵਾਲੀ ਮਾਤਾ ਦੋਨੇ ਘਰੇ ਜਦੋਂ ਉਹਨਾਂ ਨੇ ਸਤਿਗੁਰਾਂ ਜੀ ਨੂੰ ਆਇਆ ਹੋਇਆ ਦੇਖਿਆ ਹੈ। ਪ੍ਰਥਮ ਨਾਨਕੀ ਕੋ ਕਰਨਵਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਤੋਂ ਪਹਿਲਾਂ ਆਪਣੀ ਦਾਦੀ ਮਾਂ ਮਾਤਾ ਸਾਹਿਬ ਮਾਤਾ ਨਾਨਕੀ ਜੀ ਨੂੰ ਮੱਥਾ ਟੇਕਿਆ ਹੈ। ਇਕ ਪੌਤਰੇ ਕੀ ਸ਼ਬਦ ਹੈ ਮਾਤਾ ਨਾਨਕੀ ਜੀ ਆਪਣੇ ਪੋਤਰੇ ਦੀ ਸ਼ੋਭਾ ਵੇਖ ਕੇ, ਇੰਨਾ ਨੂਰਾਨੀ ਚਿਹਰਾ ਦੇਖ ਕੇ, ਇੰਨੀ ਰੰਗਤ ਵੇਖ ਕੇ ਬੜੇ ਖੁਸ਼ ਹੋਏ ਹਨ। ਆਨੰਦਮय ਹਿਰਦੈ ਹੋਈ, ਮਾਤਾ ਜੀਆਂ ਦਾ ਹਿਰਦਾ ਆਨੰਦ ਦੇ ਸਮੇਤ ਆਨੰਦ ਦੇ ਨਾਲ ਭਰ ਗਿਆ ਹੈ। ਚਿੰਤਾ ਸੰਕਟ ਮਨ ਤੇ ਖੋਈ, ਸਤਿਗੁਰਾਂ ਦੇ ਦਿਦਾਰੀ ਇਹੋ ਜਿਹਾ ਜਿਹੜਾ ਕਰ ਲੈਂਦਾ, ਉਹਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ। ਨਿਕਟ ਬਿਠਾਈ ਸੂੰਗਤੀ ਮਾਤਾ ਜੀਆਂ ਭਾਲ, ਨੇ ਆਪਣੇ ਪੋਤਰੇ ਨੂੰ ਕੋਲ ਬਿਠਾ ਲਿਆ, ਮੱਥੇ ਨੂੰ ਚੁੰਮਿਆ, ਤੇ ਚੁੰਮ ਕੇ ਮਾਤਾ ਜੀ ਲਾਡ ਕਰਦੇ ਹਨ। ਵਾਰੇ ਉਪਰ ਦਰਬ ਵਿਸਾਲ, ਆਪਣੇ ਪੁੱਤਰ ਦੇ ਉੱਪਰ ਦੀ ਮਾਇਆ ਧਨ ਵਾਰਿਆ। ਪਹਿਲੇ ਸਮੇਂ ਵਿੱਚ ਇਹ ਚੰਗਾ ਸ਼ੁਭ ਸਗਨ ਸਮਝਿਆ ਜਾਂਦਾ ਕਿ ਮਾਇਆ ਵਾਰ ਕੇ ਗਰੀਬਾਂ ਨੂੰ ਦਾਨ ਕੀਤੀ ਜਾਂਦੀ ਤਾਂ ਕਿ ਅਸੀਸਾਂ ਲਈਆਂ ਜਾਣ। ਮਾਤਾ ਸਾਹਿਬ ਮਾਤਾ ਨਾਨਕੀ ਜੀਆਂ ਨੇ ਬੇਅੰਤ ਮਾਇਆ ਸਤਿਗੁਰਾਂ ਦੇ ਉੱਪਰੋਂ ਵਾਰ ਕੇ ਦਾਨ ਕੀਤੀ ਹੈ। ਪਠਿਓ ਵਹਿਰ ਜਾਚਕਨ ਦੀਜੈ, ਤੇ ਜਿਹੜੇ ਮਹਾਰਾਜ ਦੇ ਸੇਵਾਦਾਰ ਖਲੋਤੇ ਸਨ, ਮਾਤਾ ਜੀ ਉਹਨਾਂ ਨੂੰ ਕਹਿਣ ਲੱਗੇ, ਬਾਹਰ ਜਿਹੜੇ ਮੰਗਤੇ ਆਏ ਨੇ ਘਰ ਦੇ, ਇਹ ਸਾਰੀ ਮਾਇਆ ਉਹਨਾਂ ਨੂੰ ਦਾਨ ਕਰ ਦੇਣਾ ਕਰੋ। ਸਭ ਤੇ ਸ਼ੁਭ ਅਸ਼ੀਸ਼ ਕੋ ਤੇ ਲੀਜੈ, ਸਾਰਿਆਂ ਦੇ ਕੋਲੋਂ ਸ਼ੁਭ ਅਸ਼ੀਸ਼ਾਂ ਜਿਹੜੀਆਂ ਲੈਣਾ ਕਰੋ। ਚਿਤਵਤ ਭਈ ਬਾਕ ਬਰਪਤ ਕੀ, ਉਸ ਵੇਲੇ ਆਪਣੇ ਪਤੀ ਦੇ ਬਚਨ ਜਿਹੜੇ ਸਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ, ਉਹ ਮਾਤਾ ਜੀ ਨੂੰ ਚੇਤੇ ਆ ਗਏ ਹਨ। ਭਾਖੇ ਚਿਰੰਕਾਲ ਭਾਹਿਤ ਕੀ, ਕਿਉਂਕਿ ਉਹਨਾਂ ਨੇ ਬਚਨ ਕੀਤੇ ਸਨ। ਇਹ ਉਸ ਵੇਲੇ ਸਮਾਂ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਬੈਠੇ ਸਨ ਨਾ ਗੁਰਤਾ ਗੱਦੀ ਤੇ, ਉਸ ਵੇਲੇ ਮਾਤਾ ਨਾਨਕੀ ਜੀ ਨੇ ਆਖਿਆ ਸੀ, ਮਹਾਰਾਜ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਕੀ ਹੋਵੇਗਾ ਆਉਣ ਵਾਲੇ ਸਮੇਂ ਵਿੱਚ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਇੰਨਾ ਵੱਡਾ ਸਾਕਾ ਕਰਨਗੇ, ਕੋਈ ਕਰ ਨਹੀਂ ਸਕੇਗਾ। ਇਹਨਾਂ ਦਾ ਪੋਤਰਾ ਇਹੋ ਜਿਹਾ, ਇਹਨਾਂ ਦਾ ਪੁੱਤਰ ਇਹੋ ਜਿਹਾ ਹੋਵੇਗਾ, ਤੁਹਾਡਾ ਪੋਤਰਾ ਇਹੋ ਜਿਹਾ ਹੋਵੇਗਾ ਵੀ ਉਹਦੇ ਵਰਗੀ ਵੀ ਸ਼ੋਭਾ ਕੋਈ ਹੋਵੇਗੀ ਨਹੀਂ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਕੀਰਤਪੁਰ ਸਾਹਿਬ ਦੇ ਵਿੱਚ ਪਹਿਲਾਂ ਕੀਤੇ ਸਨ। ਅੱਜ ਮਾਤਾ ਜੀ ਨੂੰ ਉਹ ਬਚਨ ਚੇਤੇ ਆ ਗਏ ਆਪਣੇ ਪਤੀ ਦੇ, ਵੀ ਇਹ ਉਹਨਾਂ ਨੇ ਬਚਨ ਉਦੋਂ ਕੀਤੇ ਸਨ, ਅੱਜ ਮੈਨੂੰ ਉਹ ਸਮਾਂ ਵੇਖਣ ਵਾਸਤੇ ਮਿਲਿਆ ਹੈ। ਪੌਤਰਾ ਹੋਏ ਵਿਸਾਲ ਪ੍ਰਤਾਪੀ, ਸਤਿਗੁਰਾਂ ਨੇ ਆਖਿਆ ਸੀ, ਕਹਿਣ ਲੱਗੇ ਨਾਨਕੀ ਜੀ ਤੁਹਾਡਾ ਪੋਤਰਾ ਜਿਹੜਾ ਹੋਵੇਗਾ ਨਾ ਗੁਰੂ ਗੋਬਿੰਦ ਸਿੰਘ, ਉਹ ਬਹੁਤ ਜ਼ਿਆਦਾ ਪ੍ਰਤਾਪ ਵਾਲਾ ਹੋਵੇਗਾ, ਬੜਾ ਵੱਡਾ ਪ੍ਰਤਾਪੀ ਮਹਾਂਪੁਰਖ ਹੋਵੇਗਾ, ਐਸੀ ਉਹਦੀ ਸ਼ੋਭਾ ਹੋਣੀ ਹੈ। ਪਾਪੀ ਨਰਨ ਕਲਾਪਨ ਖਾਪੀ, ਉਹ ਪਾਪੀਆਂ ਨੂੰ ਖਤਮ ਕਰੇਗਾ, ਨਾਸ਼ ਕਰੇਗਾ। ਇਸ ਤਰ੍ਹਾਂ ਦਾ ਮਹਾਂਪੁਰਖ ਤੁਹਾਡਾ ਪੋਤਰਾ ਬਣ ਕੇ ਪ੍ਰਗਟ ਹੋਣਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਕਰਤਾਰਪੁਰ ਦਾ ਜੰਗ ਕਰਕੇ ਤੇ ਕੀਰਤਪੁਰ ਸਾਹਿਬ ਨੂੰ ਜਾ ਰਹੇ,
ਆਨੰਦਪੁਰ ਸਾਹਿਬ ਦੇ ਨੇੜੇ ਇੱਕ ਜਗ੍ਹਾ ਬਣੀ ਹੋਈ ਹੈ। ਅੱਜ ਵੀ ਉਹ ਖੂਹ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਯਾਦ ਵਿੱਚ ਬਣਿਆ ਹੋਇਆ। ਕੀਰਤਪੁਰ ਤੋਂ ਰੋਡ ਜਿਹੜਾ ਆਨੰਦਪੁਰ ਸਾਹਿਬ ਨੂੰ ਜਾਂਦਾ ਹੈ, ਉਹਦੇ ਸੱਜੇ ਪਾਸੇ ਇਹ ਥੋੜ੍ਹਾ ਜਿਹਾ ਹਟਵਾਂ ਗੁਰਦੁਆਰਾ ਸਾਹਿਬ ਹੈ। ਇੱਥੇ ਬੜਾ ਸੋਹਣਾ ਖੂਹ ਹੈ ਅਤੇ ਮਹਾਰਾਜ ਨੇ ਇੱਥੇ ਜਲ ਛਕਿਆ, ਇਸ਼ਨਾਨ ਕੀਤਾ ਅਤੇ ਇਸ਼ਨਾਨ ਕਰਨ ਤੋਂ ਮਗਰੋਂ ਆਨੰਦਪੁਰ ਸਾਹਿਬ ਨੂੰ ਮੁੱਖ ਕਰਕੇ ਮਹਾਰਾਜ ਜੀਆਂ ਨੇ ਨਮਸਕਾਰ ਕੀਤੇ। ਜਿਹੜੇ ਸਿੱਖ ਸਨ ਨਾਲ, ਉਹਨਾਂ ਨੇ ਸਵਾਲ ਕੀਤਾ, ਮਹਾਰਾਜ ਇੱਧਰ ਉੱਚੀ ਪਹਾੜੀ ਟਿੱਬਾ ਹੀ ਦਿਸਦਾ ਪਿਆ, ਆਪ ਜੀਆਂ ਨੇ ਇੱਧਰ ਨੂੰ ਨਮਸਕਾਰ ਕਿਉਂ ਕੀਤੀ ਹੈ? ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਸਿੱਖੋ ਆਉਣ ਵਾਲਾ ਸਮਾਂ ਆਵੇਗਾ, ਇੱਥੇ ਬਹੁਤ ਪ੍ਰਤਾਪੀ ਮਹਾਂਪੁਰਖ ਨੇ ਆ ਕੇ ਨਿਵਾਸ ਕਰਨਾ। ਉਹ ਇੱਥੇ ਆ ਕੇ ਨਗਰ ਵਸਾਉਣਗੇ ਅਤੇ ਧਰਮ ਦੇ ਵਾਸਤੇ ਫਿਰ ਕੁਰਬਾਨੀ ਕਰਨਗੇ। ਉਸ ਤੋਂ ਉਪਰੰਤ ਉਹਨਾਂ ਦਾ ਪੁੱਤਰ ਇੱਥੇ ਪੰਥ ਨੂੰ ਰਚੇਗਾ, ਇੱਥੇ ਪੰਥ ਰਚਿਆ ਜਾਣਾ। ਇਹ ਉਹ ਸਥਾਨ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਪ੍ਰਗਟ ਹੋਣਾ ਹੈ। ਇਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਨੇ ਬਚਨ ਆਪਣੇ ਜੀਵਨ ਕਾਲ ਦੇ ਵਿੱਚ ਕੀਤੇ ਸਨ। ਉਹ ਬਚਨ ਅੱਜ ਮਾਤਾ ਜੀ ਨੂੰ ਚੇਤੇ ਆਉਂਦੇ ਪਏ। ਉਹਨਾਂ ਨੇ ਸਾਨੂੰ ਇਹ ਬਚਨ ਕਿਹਾ ਸੀ ਵੀ ਤੁਹਾਡਾ ਪੋਤਰਾ ਬਹੁਤੇ ਬਲ ਵਾਲਾ ਸੂਰਮਾ ਹੋਵੇਗਾ ਅਤੇ ਇੱਥੇ ਪੰਥ ਨੂੰ ਸਾਜੇਗਾ, ਐਸਾ ਪ੍ਰਤਾਪੀ ਹੋਵੇਗਾ। ਉਹ ਬਚਨ ਮਾਤਾ ਨਾਨਕੀ ਜੀਆਂ ਨੂੰ ਚੇਤੇ ਆਏ ਹਨ। ਸ੍ਰੀ ਨਾਨਕ ਕੋ ਉਜਲ ਨਾਮੁ, ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦਾ ਨਾਮ ਬੜਾ ਉਜਲ ਹੈ। ਕਰਹਿ ਅਧਿਕਤਾ ਜਗ ਅਵਿਰਾਮੁ, ਤੇ ਤੁਹਾਡਾ ਪੋਤਰਾ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਬੜਾ ਫੁਲਾਏਗਾ, ਦੁਨੀਆ ਵਿੱਚ ਬੜੇ ਨਾਮ ਦੀ ਮਹਿਮਾ ਨੂੰ ਵਧਾਏਗਾ। ਇਸ ਤਰ੍ਹਾਂ ਦਾ ਪੋਤਰਾ ਪ੍ਰਾਪਤ ਹੋਣਾ ਹੈ। ਸਿਮਰ ਸਿਮਰ ਸੁਖ ਪਾਏ ਬਡੇਰਾ। ਇਸ ਤਰ੍ਹਾਂ ਮਾਤਾ ਜੀ ਆਪਣੇ ਪਤੀ ਦੇ ਬਚਨ ਯਾਦ ਕਰਕੇ ਨਾ, ਪਿਛਲੇ ਸਮੇਂ ਜਿਹੜੇ ਕਿਤੇ ਹੋਏ ਸਨ ਪਹਿਲਾਂ, ਉਹਨਾਂ ਬਚਨਾਂ ਨੂੰ ਯਾਦ ਕਰਕੇ ਬੜੇ ਖੁਸ਼ ਹੁੰਦੇ ਹਨ। ਬਾਰ ਬਾਰ ਤਬ ਸ਼੍ਰੀ ਮੁਖ ਹੀਰਾ, ਤੇ ਉਸ ਵੇਲੇ ਵਾਰ-ਵਾਰ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਖ ਦੇ ਵੱਲ ਤੱਕਦੇ ਹਨ। ਹਾਥ ਸਪਰਸ਼ਤ ਸੁਤ ਕੇ ਸੁਤ ਕੋ, ਉਸ ਵੇਲੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਜੀ, ਪੁੱਤਰ ਦਾ ਪੁੱਤਰ ਪੋਤਰਾ, ਪੋਤਰੇ ਦੇ ਹੱਥਾਂ ਨੂੰ ਵਾਰ-ਵਾਰ ਮਾਤਾ ਜੀ ਪਲੋਸਦੇ ਹਨ। ਤਜੇ ਸ਼ੋਕ ਧਰ ਆਨੰਦ ਚਿਤ ਕੋ, ਅਤੇ ਉਸ ਵੇਲੇ ਸ਼ੋਕ ਜਿਹੜਾ ਨਾ ਉਸ ਵੇਲੇ ਛੱਡ ਦਿੱਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਹਾਲੇ 17 ਦਿਨ ਪਹਿਲਾਂ ਹੀ ਹੋਈ ਹੈ। ਬੜਾ ਸ਼ੋਕ ਸੀ ਮਾਤਾ ਜੀਆਂ ਨੂੰ ਆਪਣੇ ਪੁੱਤਰ ਦੀ ਸ਼ਹੀਦ ਹੋ ਜਾਣ ਕਰਕੇ, ਪਰ ਅੱਜ ਪੋਤਰੇ ਨੂੰ ਗੁਰਤਾ ਗੱਦੀ ਤੇ ਬੈਠਿਆਂ ਵੇਖ ਕੇ, ਸੰਗਤਾਂ ਦਾ ਇਕੱਠ ਵੇਖ ਕੇ ਅੱਜ ਉਸ ਸ਼ੋਕ ਦੇ ਵੱਲੋਂ ਰਾਹਤ ਮਿਲੀ ਹੈ ਤੇ ਪੋਤਰੇ ਦੀ ਪ੍ਰਸੰਨਤਾ ਵਿੱਚ ਮਾਤਾ ਜੀ ਅੱਜ ਖੁਸ਼ ਹੋਏ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਪਹਿਲੇ ਦਿਨ ਗੁਰਤਾ ਗੱਦੀ ਤੋਂ ਉੱਠ ਕੇ ਆਪਣੀ ਦਾਦੀ ਮਾਤਾ ਨਾਨਕੀ ਜੀ ਨੂੰ ਮਿਲੇ ਨੇ। ਇਸ ਤੋਂ ਉਪਰੰਤ ਹੁਣ ਆਪਣੀ ਮਾਤਾ ਗੁਜਰੀ ਜੀਆਂ ਨੂੰ ਮਿਲਣਗੇ। ਕਿਹੜੇ ਕਿਹੜੇ ਬਚਨ ਕਰਨਗੇ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ, ਲੇਖੈ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ,